ਬੜੂ ਸਾਹਿਬ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਮੈਂ ਹਾਂ ਸੁਮਨਦੀਪ ਕੌਰ ਔਰ ਹਰ ਹਫਤੇ ਦੀ ਤਰ੍ਹਾਂ ਅਸੀਂ ਇੱਕ ਵਾਰੀ ਫੇਰ ਹਾਜ਼ਰ ਹੋ ਗਏ ਹਾਂ। ਆਫ ਕੋਰਸ ਤੁਹਾਨੂੰ ਇਸ ਅਦਾਰਾ ਜਿਹੜੇ ਕਿ ਬੜੂ ਸਾਹਿਬ ਕਲਗੀਧਰ ਟਰਸਟ ਜਿਹੜਾ ਹੈ ਉਸ ਅਦਾਰੇ ਬਾਰੇ ਦੱਸਣਾ ਔਰ ਉਹ ਕੀ ਕਰ ਰਹੀ ਹੈ ਡਿਫਰੈਂਟ ਜਗ੍ਹਾਵਾਂ ਦੇ ਉੱਤੇ, ਭਾਵੇਂ ਉਹ ਕੈਨੇਡਾ ਦੇ ਵਿੱਚ, ਯੂਐਸ ਦੇ ਵਿੱਚ, ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਘਰ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ, ਪਿਛਲੇ ਹਫਤੇ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ ਦੀਵਾਲੀ ਜਿਹੜੀ ਹੈ ਉਹ ਮਨਾਈ ਹੋਣੀ ਹੈ। ਔਰ ਪਰ ਐਸੇ ਕੁਝ ਬੱਚੇ ਸੀਗੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਘਰ ਦੇ ਵਿੱਚ ਦੀਵਾਲੀ ਦਾ ਕੋਈ ਦੀਆ ਨਹੀਂ ਜਲਿਆ, ਵਿਦਿਆ ਦਾ ਕੋਈ ਦੀਆ ਨਹੀਂ ਜਲ ਰਿਹਾ, ਗਿਆਨ ਦਾ ਕੋਈ ਦੀਆ ਨਹੀਂ ਜਲ ਰਿਹਾ। ਇੱਕ ਬਹੁਤ ਹੀ ਅਨਫੋਰਚੂਨੇਟ ਸਿਚੁਏਸ਼ਨ ਹੈ ਜਿਹੜੀ ਕਿ ਅਸੀਂ ਤੁਹਾਡੇ ਨਾਲ ਹਰ ਵਾਰੀ ਡਿਸਕਸ ਕਰਦੇ ਹਾਂ, ਹਰ ਹਫਤੇ ਡਿਸਕਸ ਕਰਦੇ ਹਾਂ ਕਿ ਕੁਝ 4 ਤੋਂ 5 ਹਜ਼ਾਰ ਜਿਹੜੇ ਬੱਚੇ ਨੇ ਉਹਨਾਂ ਨੂੰ ਬੜੂ ਸਾਹਿਬ ਅਦਾਰਾ ਜਿਹੜਾ ਹੈ ਉਹ ਬਿਲਕੁਲ ਫ੍ਰੀ ਪੜ੍ਹਾਈ, ਫ੍ਰੀ ਐਜੂਕੇਸ਼ਨ ਜਿਹੜੀ ਹੈ ਉਹ ਪ੍ਰੋਵਾਈਡ ਕਰ ਰਿਹਾ ਹੈ। ਤੁਹਾਡੇ ਵੱਲੋਂ ਕੀ ਲੋੜ ਹੈ? ਤੁਹਾਡੇ ਵੱਲੋਂ ਸਿਰਫ ਇੰਨੀ ਕੁ ਲੋੜ ਹੈ ਕਿ ਤੁਸੀਂ ਇੱਕ ਬੱਚੇ ਨੂੰ ਸਪਾਂਸਰ ਕਰ ਦਿਓ ਤਾਂ ਕਿ ਉਹਨਾਂ ਬੱਚਿਆਂ ਦੀ ਪੜ੍ਹਾਈ, ਉਹਨਾਂ ਬੱਚਿਆਂ ਨੂੰ ਗਿਆਨ ਦਾ ਜਿਹੜਾ ਦੀਵਾ ਹੈ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਜਲ ਸਕੇ ਤੇ ਉਹ ਜਿਹੜੀਆਂ ਉਹਨਾਂ ਦੀਆਂ ਕਈ ਪੁਸ਼ਤਾਂ ਨੇ ਉਹ ਸਵਰ ਜਾਣ, ਉਹ ਕਿਤੇ ਨਾ ਕਿਤੇ ਉਹਨਾਂ ਦਾ ਵੀ ਜ਼ਿੰਦਗੀ ਜਿਹੜੀ ਹੈ ਉਹ ਬਣ ਜਾਏ। ਅਸੀਂ ਤਾਂ ਇੱਥੇ ਕੈਨੇਡਾ, ਅਮਰੀਕਾ ਦੇ ਵਿੱਚ ਬਹਿ ਕੇ ਮੇਰੇ ਖਿਆਲ ਬਹੁਤ ਸੁਖਾਲੇ ਵੀ ਆ, ਪਰਮਾਤਮਾ ਦਾ ਦਿੱਤਾ ਬਹੁਤ ਕੁਝ ਵੀ ਹੈ। ਸੋ ਅਸੀਂ ਸਿਰਫ ਇੰਨਾ ਕੁ ਯੋਗਦਾਨ ਜਿਹੜਾ ਹੈ ਉਹ ਪਾ ਸਕਦੇ ਹਾਂ ਅੱਜ ਇਸ ਵੇਲੇ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਦਸਵੰਤ ਕੱਢਣਾ ਹੈ, ਕੰਟਰੀਬਿਊਟ ਕਰਨਾ ਹੈ। ਔਰ ਜਦੋਂ ਅਸੀਂ ਫਿਰ ਜਦੋਂ ਕੋਈ ਇਹੋ ਜਿਹਾ ਕੋਈ ਪ੍ਰੋਗਰਾਮ ਦੇਖਦੇ ਹਾਂ ਜਾਂ ਇਹਦੇ ਬਾਰੇ ਜਾਣਕਾਰੀ ਲੈਂਦੇ ਹਾਂ ਤਾਂ ਫਿਰ ਕਈ ਕਿੰਤੂ ਪਰੰਤੂ ਸਵਾਲ ਜਿਹੜੇ ਨੇ ਉਹ ਸਾਡੇ ਮਨਾਂ ਦੇ ਵਿੱਚ ਆ ਜਾਂਦੇ ਨੇ, ਜਿਹੜੇ ਕਿ ਸਾਨੂੰ ਇਸ ਵੇਲੇ ਇਸੇ ਕਰਕੇ ਇਸੇ ਪ੍ਰੋਗਰਾਮ ਨੂੰ ਅਸੀਂ ਤੁਹਾਡੇ ਤੱਕ ਲੈ ਕੇ ਆਏ ਹਾਂ ਤਾਂ ਕਿ ਜਿਹੜੇ ਵੀ ਸਵਾਲ ਨੇ ਉਹ ਕਲੈਰੀਫਾਈ ਕੀਤੇ ਜਾਣ। ਹੁਣ ਗੱਲ ਕੀਤੀ ਹੈ, ਅੱਜ ਕੱਲ ਤੁਸੀਂ ਸਾਰੇ ਜਾਣਦੇ ਹੋ ਕਿ ਕਰੋਨਾ ਵਾਇਰਸ ਦਾ ਵੀ ਜਿਹੜੇ ਕੇਸਿਸ ਨੇ ਉਹ ਦਿਨ ਪਰ ਦਿਨ ਵੱਧਦੇ ਜਾ ਰਹੇ ਨੇ ਕਿਉਂਕਿ ਫਲੂ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਔਰ ਐਜ਼ ਐਕਸਪੈਕਟਡ ਸੀਗਾ ਕਿ ਇਹ ਕੇਸਿਸ ਜਿਹੜੇ ਨੇ ਉਹ ਵਧਣਗੇ, ਪੂਰੀ ਦੁਨੀਆ ਦੇ ਵਿੱਚ ਜਿਹੜੇ ਨੇ ਉਹ ਕੇਸਿਸ ਵੱਧ ਰਹੇ ਨੇ, ਇੰਡੀਆ ਦੇ ਵਿੱਚ ਵੀ। ਲੇਕਿਨ ਫਿਰ ਵੀ ਇਸ ਅਦਾਰੇ ਨੇ, ਇਸ ਆਰਗੇਨਾਈਜੇਸ਼ਨ ਨੇ ਬੱਚਿਆਂ ਦੀ ਪੜ੍ਹਾਈ ਨੂੰ ਨਹੀਂ ਰੋਕਿਆ। ਵਰਚੁਅਲੀ ਲਰਨਿੰਗ ਜਿਹੜੀ ਹੈ ਉਹ ਕਰਾਈ ਜਾ ਰਹੀ ਹੈ। ਪਿੰਡਾਂ ਦੇ ਬੱਚੇ ਤੁਸੀਂ ਇਮੇਜਿਨ ਕਰਕੇ ਦੇਖੋ ਜਿਨ੍ਹਾਂ ਕੋਲ ਕੋਈ ਐਕਸੈਸ ਐਜੂਕੇਸ਼ਨ ਦਾ ਨਾਮ ਦਾ ਐਕਸੈਸ ਵੀ ਨਹੀਂ ਹੋਣਾ ਸੀਗਾ, ਉਹਨਾਂ ਬੱਚਿਆਂ ਨੂੰ ਵੀ ਜਿਹੜੀ ਪੜ੍ਹਾਈ ਹੈ ਉਹ ਕਰਾਈ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ, ਉਹਨਾਂ ਦੀ ਪਰਸਨਲ ਗਰੋਥ ਦੇ ਵਿੱਚ ਕੋਈ ਕਮੀ ਨਾ ਆਵੇ। ਔਰ ਕੈਨੇਡਾ ਔਰ ਅਮਰੀਕਾ ਦੇ ਵਿੱਚ ਜਿੰਨੇ ਵੀ ਇੱਥੇ ਸੇਵਾਦਾਰ ਵੋਲੰਟੀਅਰਸ ਇਸ ਅਦਾਰੇ ਦੇ ਨਾਲ ਜੁੜੇ ਹੋਏ ਨੇ ਔਰ ਬਹੁਤ ਸਾਰੇ ਡੋਨਰਸ ਜਿਹੜੇ ਨੇ, ਜਿਹੜੇ ਇਸ ਅਦਾਰੇ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਮਿਲਾਉਂਦੇ ਆ ਤਾਂ ਕਿ ਤੁਹਾਡੇ ਮਨ ਦੇ ਵਿੱਚ ਕੋਈ ਵੀ ਸ਼ੰਕਾ ਹੋਵੇ, ਕਿਸੇ ਵੀ ਤਰੀਕੇ ਦਾ ਡਾਊਟ ਹੋਵੇ, ਉਹ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ। ਔਰ ਜਿਹੜੇ ਵੀ ਨੰਬਰਸ ਤੁਸੀਂ ਸਾਡੇ ਸਕਰੀਨ ਦੇ ਉੱਤੇ ਦੇਖ ਰਹੇ ਹੋ, ਜੇ ਤੁਹਾਨੂੰ ਰਾਈਟ ਅਵੇ ਤੁਸੀਂ ਕਾਲ ਕਰਕੇ ਜਿਹੜਾ ਵੀ ਤੁਸੀਂ ਦਸਵੰਤ ਦਾ ਆਪਣਾ ਹਿੱਸਾ ਕੱਢਣਾ ਚਾਹੁੰਦੇ ਹੋ, ਜੋ ਵੀ ਤੁਸੀਂ ਸੋਚਿਆ ਹੋਇਆ, ਜਾਂ ਤੁਸੀਂ ਕਿਸੇ ਦੀ ਜ਼ਿੰਦਗੀ ਬਦਲਣਾ ਚਾਹੁੰਦੇ ਹੋ, ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਅਦਾਰੇ ਦੇ ਨਾਲ ਜੁੜਨ ਦੇ ਨਾਲ ਤੁਹਾਡਾ ਜਿਹੜਾ ਇੱਕ ਮਨ ਦੇ ਅੰਦਰ ਇੱਛਾ ਹੁੰਦੀ ਹੈ ਕਿ ਅਸੀਂ ਕੁਛ ਨਾ ਕੁਛ ਕਰਨਾ ਚਾਹੁੰਦੇ ਹਾਂ, ਕਿਸੇ ਦੇ ਲਈ ਕੰਟਰੀਬਿਊਟ ਕਰਨਾ ਚਾਹੁੰਦੇ ਹਾਂ, ਸੋ ਦਿਸ ਇਜ਼ ਦ ਪਲੇਟਫਾਰਮ where you can come and donate and also understand that how you will be connected to that one child that you will sponsor। ਔਰ ਐਜੂਕੇਸ਼ਨ ਦੇ ਨਾਲ ਨਾਲ ਤੁਸੀਂ ਉਸ ਬੱਚੇ ਔਰ ਉਸ ਪਰਿਵਾਰ ਦੇ, ਜਿਸ ਬੱਚੇ ਨੂੰ ਤੁਸੀਂ ਸਪਾਂਸਰ ਕਰੋਗੇ, ਉਸ ਬੱਚੇ ਨੇ ਜਾ ਕੇ ਅੱਗੇ ਆਪਣੇ ਜਿਹੜੇ ਜਦੋਂ ਵੱਡਾ ਹੋਏਗਾ ਉਹਨੇ ਗਾਹਾਂ ਆਪਣੇ ਬੱਚੇ ਕਈ ਪੁਸ਼ਤਾਂ ਜਿਹੜੀਆਂ ਉਹ ਉਹਨੇ ਸਵਾਰ ਦੇਣੀਆਂ ਨੇ। ਸੋ ਇਸ ਕਰਕੇ ਅਸੀਂ ਹਰ ਹਫਤੇ ਇਸ ਪ੍ਰੋਗਰਾਮ ਦੇ ਰਾਹੀਂ ਉਹਨਾਂ ਸੇਵਾਦਾਰਾਂ ਨੂੰ, ਉਹਨਾਂ ਵੋਲੰਟੀਅਰਸ ਨੂੰ ਜਿਹੜੇ ਕਿ ਇਸ ਅਦਾਰੇ ਨਾਲ ਜੁੜੇ ਹੋਏ ਨੇ, ਤੁਹਾਡੇ ਤੱਕ ਲੈ ਕੇ ਆਉਂਦੇ ਆ। ਤੁਸੀਂ ਹੁਣੇ ਕਾਲ ਕਰ ਸਕਦੇ ਹੋ ਜਿਹੜੇ ਨੰਬਰ ਤੁਸੀਂ ਸਾਡੀ ਸਕਰੀਨ ਦੇ ਉੱਤੇ ਦੇਖ ਰਹੇ ਹੋ। ਹਰਪ੍ਰੀਤ ਸਿੰਘ ਧਾਲੀਵਾਲ ਜਿਹੜੇ ਕਿ ਸਾਡੇ ਨਾਲ ਕੈਲਗਰੀ ਤੋਂ ਹਰ ਵਾਰ ਜੁੜਦੇ ਨੇ, ਰਵੀਦੀਪ ਕੌਰ ਮੁਕਤਾ ਜੀ ਜਿਹੜੇ USA ਦੇ ਲੀਡ ਨੇ, ਔਰ ਅੱਜ ਸਾਡੇ ਨਾਲ 2 ਨਵੇਂ ਵੋਲੰਟੀਅਰਸ ਵੀ ਜੁੜ ਰਹੇ ਨੇ, ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ, ਗੁਰਪ੍ਰੀਤ ਸਿੰਘ ਜਿਹੜੇ ਕਿ ਟੋਰਾਂਟੋ ਤੋਂ ਨੇ ਤੇ ਪ੍ਰਭਪ੍ਰੀਤ ਸਿੰਘ ਜਿਹੜੇ ਕਿ ਟੋਰਾਂਟੋ ਤੋਂ ਨੇ। ਸੋ ਦ ਰੀਜ਼ਨ ਦੈਟ ਤੁਹਾਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਵੋਲੰਟੀਅਰਸ ਨੇ, ਇਹ ਜਿਹੜੇ ਸੇਵਾਦਾਰ ਨੇ, ਇਹ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਾ ਦੇ ਵਿੱਚ ਆਪਣਾ ਜਿਹੜਾ ਕਿਸੇ ਤਰੀਕੇ ਦੇ ਨਾਲ ਯੋਗਦਾਨ ਪਾ ਰਹੇ ਨੇ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜ ਕੇ। ਸੋ ਆਓ ਇਹਨਾਂ ਸਾਰਿਆਂ ਦਾ ਸਵਾਗਤ ਕਰਦੇ ਹਾਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਔਰ ਜਿਸ ਤਰ੍ਹਾਂ ਅਸੀਂ ਹਰ ਹਫਤੇ ਇਸ ਚੈਨਲ ਦੇ ਉੱਤੇ, ਚੈਨਲ ਪੰਜਾਬੀ ਤੇ ਅਸੀਂ ਆਪਣੇ ਵਿਊਅਰਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਹਰਪ੍ਰੀਤ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੀ ਕਿ ਪੰਜਾਬ ਦੇ ਵਿੱਚ ਐਤਕੀ ਦੀਵਾਲੀ ਜਿਹੜੀ ਹੈ, ਦੀਵਾਲੀ ਦਾ ਦੀਆ ਤੱਕ ਨਹੀਂ ਚੱਲਿਆ, ਭਾਵੇਂ ਉਹ ਪੰਜਾਬ ਦੇ ਕਈ ਕਿਸਾਨ ਸੀਗੇ ਔਰ ਕਈ ਇਹੋ ਜਿਹੇ ਬੱਚੇ ਜਿਨ੍ਹਾਂ ਨੂੰ ਐਜੂਕੇਸ਼ਨ ਜਿਹੜੀ ਹੈ ਉਹ ਮਿਲਣ ਤੋਂ ਦੂਰ, ਕਿਉਂਕਿ ਉਹ ਅਫੋਰਡ ਹੀ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਤੁਸੀਂ ਲੋਕਾਂ ਨੇ ਡਿਸਾਈਡ ਕੀਤਾ ਹੈ ਕਿ ਇਹ ਬੱਚੇ ਜਿਹੜੇ ਨੇ ਉਹ ਸਕੂਲਾਂ ਦੇ ਵਿੱਚ ਫ੍ਰੀ ਪੜ੍ਹਨਗੇ। ਕੈਨੇਡੀਅਨ ਜਿਹੜੇ ਵੀ ਤੁਹਾਡੇ ਆਪਣੇ ਫਰੈਂਡਸ ਨੇ, ਸਰਕਲ ਹੈ, ਤੁਹਾਡੇ ਸੰਗਤ ਹੈ, ਉਹ ਜਦੋਂ ਇਹ ਜਾਣਦੀ ਹੈ ਜਾਂ ਜਦੋਂ ਇਹ ਸਮਝਦੀ ਹੈ ਤਾਂ ਉਹਨਾਂ ਦਾ ਕੀ ਰਿਐਕਸ਼ਨ ਰਹਿੰਦਾ, ਔਰ ਤੁਹਾਨੂੰ ਕੀ ਲੱਗਦਾ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਕਿਸ ਤਰ੍ਹਾਂ ਦਾ ਰਿਸਪੌਂਸ ਆਉਣਾ ਚਾਹੀਦਾ ਹੈ? ਭੈਣ ਜੀ, ਦੀਵਾਲੀ ਇੱਕ ਸਾਰਿਆਂ ਲਈ ਖੁਸ਼ੀਆਂ ਭਰਿਆ, ਚਾਅ ਭਰਿਆ ਇੱਕ ਮੌਕਾ ਹੁੰਦਾ ਜੀ। ਬਟ ਅਗੇਨ ਐਜ਼ ਯੂ ਸੈਡ, ਕਈ ਅਨਪ੍ਰਿਵਿਲੇਜਡ ਫੈਮਲੀਜ਼ ਜਿੱਥੇ ਕਿ ਇਹ ਚੀਜ਼ਾਂ ਖੁਸ਼ੀਆਂ ਨਹੀਂ ਲੈ ਕੇ ਆ ਸਕਦੀਆਂ। ਐਜੂਕੇਸ਼ਨ ਹਰੇਕ ਉਹ ਮਾਂ-ਬਾਪ ਜਿਹੜਾ ਵੀ ਘਰ ਹੈਗਾ, ਜੇ ਉਹ ਨਹੀਂ ਵੀ ਅਫੋਰਡ ਕਰਦੇ, ਉਹਨਾਂ ਨੂੰ ਹੁੰਦਾ ਕਿ ਬੱਚਾ ਸਾਡਾ ਪੜ੍ਹ ਜੇ ਜੀ, ਜਾਂ ਉਹਨਾਂ ਨੂੰ ਹੁੰਦਾ ਹੈ ਕਿ ਕਿਸੇ ਤਰੀਕੇ ਸਾਡੀ ਲਾਈਫ ਦੀ ਇਨਹੈਂਸਮੈਂਟ ਹੋ ਸਕਦੀ ਹੈ ਬਾਏ getting more educated than what their parents already are. So ਜਦੋਂ ਇਹ ਅਸੀਂ ਲਿੰਕਸ ਜਿਹੜੇ ਜਿਵੇਂ ਤੁਹਾਡੇ ਪ੍ਰੋਗਰਾਮ ਦੇ ਸਰਾਊਂਡਿੰਗ ਦੇ ਨਾਲ, ਲਿਸਨਰਸ਼ਿਪ ਦੇ ਨਾਲ ਲੋਕਾਂ ਨੂੰ ਪਤਾ ਲੱਗਦੇ ਹੈ, ਦੈਨ knowingly since last program ਵਿੱਚ ਕਾਫੀ elaborated ਸੀਗਾ, ਮੈਂ ਵੀ ਆਪਦੇ friends and ਸਾਰੇ ਜਿੰਨੇ ਵੀ ਗਰੁੱਪ ਵਿੱਚ ਸ਼ੇਅਰ ਕੀਤਾ ਸੀਗਾ ਜੀ, and people have come forward ਕਿ what change we could bring within this family। ਔਰ ਉਹ ਫੈਮਲੀਜ਼ ਇੱਕ ਇਹੋ ਜਿਹਾ ਇੱਕ ਨੈਟਵਰਕ ਹੈ ਜੀ, ਜਿਹੜਾ ਕਿ ਕੁਆਲੀਫਾਈ ਕਰਕੇ ਜਦੋਂ ਆਪਣੇ ਕੋਲੋਂ ਲਿਸਟ ਆ ਜਾਂਦੀ ਹੈ ਬੱਚਿਆਂ ਦੀ, ਜਿਵੇਂ ਹੁਣੇ ਤੁਸੀਂ ਕਿਹਾ ਜਿਹੜੇ ਬੱਚੇ ਫੀਸ ਨਹੀਂ ਅਫੋਰਡ ਕਰਦੇ, ਤੇ ਦੈਨ ਉਹ ਇੱਕ ਲਾਈਟ ਅਪ ਕਰਨਾ ਉਹਨਾਂ ਦੀ ਲਾਈਫ ਦੇ ਵਿੱਚ ਬਾਈ ਗਿਵਿੰਗ ਦੈਮ ਅ ਚਾਂਸ ਕਿ ਤੁਹਾਡੀ ਸਾਲ ਦੀ ਫੀਸ ਸਾਰੀ ਪੇ ਆਫ ਹੋ ਚੁੱਕੀ ਹੈ ਜੀ। ਸੋ ਇਨ ਕੈਨੇਡੀਅਨ ਇੱਥੋਂ ਉਹ ਚਾਹ ਦੇ ਨਾਲ ਹੀ ਲੋਕਾਂ ਨੇ ਸਪੋਰਟ ਕੀਤਾ ਜੀ, ਐਂਡ ਉਹ ਦੇ ਟਰਾਈਡ ਕਿ ਲੀਸਟ ਵਾਟ ਵੀ ਕੈਨ ਡੂ, ਐਂਡ ਉਹ ਉਹਨਾਂ ਨੇ ਕਰਕੇ ਉਹਨਾਂ ਨੂੰ ਲੱਗਦਾ ਕਿ ਯੈਸ ਵੀ ਆਰ ਅਪਰੋਚਿੰਗ ਦ ਰਾਈਟ ਡਾਇਰੈਕਸ਼ਨ, ਤੇ ਸਾਡਾ ਥੈਂਕ ਯੂ, ਤੁਸੀਂ ਸਾਨੂੰ ਕਨੈਕਟ ਕਰਵਾਤਾ। ਐਂਡ ਉਹ ਜਦੋਂ ਬੱਚਿਆਂ ਦੀ ਭੈਣ ਜੀ ਫੋਟੋ ਦੇਖਦੇ ਆ ਨਾ, ਉਹਨਾਂ ਨੂੰ ਸਟੋਰੀ ਟੈਲ ਕਰਨ ਦੀ ਕੋਈ ਲੋੜ ਹੀ ਨਹੀਂ ਹੈ, ਇਟ ਜਸਟ ਕਨੈਕਟਸ ਬਾਈ ਇਟਸੈਲਫ। ਸੋ ਯੈਸ, ਇਟ ਹੈਡ ਹੈਲਪਡ ਗ੍ਰੇਟਲੀ। ਥੈਂਕ ਯੂ। ਐਬਸੋਲੂਟਲੀ। ਸੋ ਹਰਪ੍ਰੀਤ ਜੀ, ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਬੜੂ ਸਾਹਿਬ ਦੇ ਜਿੰਨੇ ਵੀ ਕਾਰਜ ਨੇ, ਕਲਗੀਧਰ ਟਰਸਟ ਜੋ ਕੰਮ ਵੀ ਕਰ ਰਹੀ ਹੈ, ਉਹਨਾਂ ਦੇ ਰਿਲੇਟਡ ਵੀ ਅਸੀਂ ਅਵੇਅਰਨੈਸ ਕ੍ਰੀਏਟ ਕਰੀਏ, ਹੈ ਨਾ, ਜਿੱਥੇ ਕਿ ਵੈਸੇ ਤਾਂ ਐਜੂਕੇਸ਼ਨ ਜਿਹੜਾ ਹੈ ਉਹ ਹਰ ਇੱਕ ਦਾ ਇੱਕ ਰਾਈਟ ਹੋਣਾ ਚਾਹੀਦਾ ਹੈ, ਲੇਕਿਨ ਬਹੁਤ ਸਾਰੇ ਬੱਚੇ ਜਿਹੜੇ ਨੇ ਇਸ ਤੋਂ ਵਾਂਝੇ ਰਹਿ ਜਾਂਦੇ ਨੇ। ਔਰ ਤੁਸੀਂ ਜੇ ਚਾਹੁੰਦੇ ਹੋ ਕਿ ਉਹ ਬੱਚੇ ਜਿਹੜੇ ਨੇ ਜਿਨ੍ਹਾਂ ਦੇ ਲਈ ਬੜੂ ਸਾਹਿਬ ਕਲਗੀਧਰ ਟਰਸਟ ਇਹ ਕਾਰਜ ਚੁੱਕ ਰਹੀ ਹੈ, ਇਹ ਇਨੀਸ਼ੀਏਟਿਵ ਲੈ ਰਹੀ ਹੈ, ਸੋ ਤੁਸੀਂ ਪਲੀਜ਼ ਅੱਜ ਹੀ ਇਸ ਨੰਬਰ ਤੇ ਰਾਈਟ ਅਵੇ ਕਾਲ ਕਰ ਸਕਦੇ ਹੋ, ਜਿਹੜੇ ਨੰਬਰ ਸਕਰੀਨ ਦੇ ਉੱਤੇ ਡਿਸਪਲੇ ਹੋ ਰਹੇ ਨੇ। ਔਰ ਹਰਪ੍ਰੀਤ ਸਿੰਘ ਜਿਹੜੇ ਕਿ ਕੈਲਗਰੀ ਤੋਂ ਨੇ, ਉਹ ਕਲਗੀਧਰ ਟਰਸਟ ਕੈਨੇਡਾ ਦੇ ਵਿੱਚ ਜਿਹੜੇ ਉਹ ਲੀਡ ਕਰ ਰਹੇ ਨੇ, ਸੋ ਇਸ ਕਰਕੇ ਕੋਈ ਵੀ ਸਵਾਲ ਹੋਵੇ ਮਨ ਦੇ ਵਿੱਚ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਹੁਣ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਵੀਰ ਜੀ ਦੇ ਨਾਲ। ਗੁਰਪ੍ਰੀਤ ਜੀ, ਤੁਹਾਡੇ ਨਾਲ ਅਸੀਂ ਪਿਛਲੇ 2 ਐਪੀਸੋਡਸ ਤੋਂ ਕੋਸ਼ਿਸ਼ ਕਰ ਰਹੇ ਸੀ ਸੰਪਰਕ ਕਰਨ ਦਾ, ਬਟ ਕਿਸੇ ਤਰੀਕੇ ਦੇ ਨਾਲ ਹੋ ਨਹੀਂ ਪਾਇਆ। ਸੋ ਬਟ ਥੈਂਕ ਯੂ ਫॉर ਕਮਿੰਗ, ਐਂਡ ਹੁਣ ਤੁਸੀਂ ਵੀ ਇਸ ਅਦਾਰੇ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਔਰ ਇੱਕ ਕਹਿੰਦੇ ਆ ਨਾ ਕਿ ਇੰਨੇ ਟਾਈਮ ਤੋਂ ਇੱਕ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋਣ ਦਾ ਕੋਈ ਮਤਲਬ ਹੀ ਹੋਏਗਾ, ਕੋਈ ਮਕਸਦ ਹੀ ਹੋਏਗਾ। ਤੁਸੀਂ ਕਿਉਂ ਪਰਸਨਲੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋ ਔਰ ਕਿਸ ਤਰ੍ਹਾਂ ਦਾ ਤੁਸੀਂ ਸੇਵਾ ਪਾ ਰਹੇ ਹੋ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਰੀਬ 35 ਇਅਰਸ ਤੋਂ ਇਹਨਾਂ ਦੇ ਨਾਲ ਜੁੜਿਆ ਹਾਂ, ਤੇ ਮੈਂ ਜੋ ਮੇਰਾ ਐਕਸਪੀਰੀਅੰਸ ਰਿਹਾ, ਜੋ ਸਾਰੀ ਸਿੱਖ ਸੰਸਥਾਵਾਂ ਦੇ ਜੋ ਮੈਂ ਦੇਖਿਆ, ਜੋ ਉਹ ਕਰਦੇ ਪਏ ਨੇ ਆਪਣੇ ਪੰਜਾਬ ਦੇ ਬੱਚਿਆਂ ਲਈ, ਉਹ ਇਸ ਸੰਸਥਾ ਤੋਂ ਵਧੀਆ ਕੀਤਾ। ਪਲੱਸ ਇਹ ਜਿਹੜਾ ਸਥਾਨ ਹੈ ਆਪਣਾ ਬੜੂ ਸਾਹਿਬ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਚਰਨ ਛੋਹ ਸਥਾਨ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵਚਨ ਦਿੱਤਾ ਸੀ, ਆਪਣੇ ਮੁਖੋਂ ਵਚਨ ਉਤਾਰਿਆ ਸੀ ਕਿ
मंडी दे राजे नू कि जैसे बची है यह हांडी तैसे बचे की मांडी जब आकाश से गोले हम्म। फूटेंगे। फिर उन्होंने बड़ा एक भयानक ਸਮਾਂ ਦੱਸਿਆ ਸੀ ਕਿ ਇਹ ਜਿਹੜੀ ਏਰੀਆ ਹੈ ਇਹ ਬਿਲਕੁਲ ਸੇਫ ਰਹੇਗਾ। ਤੇ ਉਸ ਉਹਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਬੀ ਦੇ ਉੱਤੇ ਵਚਨ ਦਿੱਤਾ ਸੀ ਕਿ ਇਹ ਵਸੇਗੀ ਗੁਰੂ ਕੀ ਕਾਸ਼ੀ। ਵੀ ਇੱਥੇ ਗੁਰੂ ਕੀ ਕਾਸ਼ੀ ਬਣੇਗੀ ਜਿੱਥੇ ਜਿਹੜੇ ਆਮ ਬੱਚੇ ਜਿਹੜੇ ਵਿਦਿਆ ਪਾ ਕੇ ਪੂਰੇ ਵਰਲਡ ਦੇ ਵਿੱਚ ਜਾ ਕੇ ਵਿਦਿਆ ਜਿਹੜੇ ਹੈ ਵਰਲਡ ਦੇ ਵਿੱਚ ਠੰਡ हासिल ਵਰਤਾਂਗੇ ਔਰ करेंगे। ਪੂਰੀ ਐਜੂਕੇਸ਼ਨ ਔਰ ਵਿਜ਼ਡਮ ਹਾਂਜੀ जी ਹਾਸਲ ਕਰਕੇ ਅੱਗੇ ਜਾ ਕੇ जी ਵਿਜ਼ਡਮ राइट। ਅੱਗੇ ਡਿਸਟ੍ਰੀਬਿਊਟ ਕਰਨਗੇ। ਤੇ ਮੈਂ ਸਿਰਫ जी ਇਹ जी ਮੈਨੂੰ ਇਹ ਬਹੁਤ ਵਧੀਆ ਗੱਲ ਲੱਗੀ ਕਿ ਕੋਈ ਵੀ ਇਹੋ ਜਿਹੀ ਸੰਸਥਾ ਨਹੀਂ ਹੈਗੀ ਜਿਹੜੀ ਐਜੂਕੇਸ਼ਨ ਇੱਕ ਗਰੀਬ ਬੱਚਿਆਂ ਨੂੰ ਦੇਵੇ ਔਰ ਉਹ ਵੀ ਰਿਮੋਟ ਏਰੀਆਜ਼ ਦੇ ਵਿੱਚ ਜਿੱਥੇ ਐਜੂਕੇਸ਼ਨ ਐਕਸੈਸ ਨਹੀਂ ਹੈ। ਜਿੰਨੇ ਵੀ जी ਐਜੂਕੇਸ਼ਨਿਸਟ ਜਿਹੜੇ ਜਿਨ੍ਹਾਂ ਦੇ ਪ੍ਰੋਗਰਾਮ ਨੇ ਉਹਨਾਂ ਦਾ ਬੇਸਿਕਲੀ ਮੋਟੀਵੇਸ਼ਨ ਹੁੰਦਾ ਹੈ ਕਿ ਐਜੂਕੇਸ਼ਨ ਦੇ ਕੇ ਪੈਸਾ ਬਣਾਉਣਾ, ਪੈਸਾ ਕਿਸਾ ਬਣਾਉਣਾ। ਪਰ ਇਹ जी ਇੱਕ यूनिक और मैं चाहता कि मैं एक बड़ा एक खुश नसीब रहा कि मैं इस वाहिगुरु ने कृपा की थी कि मैं इस संस्था ਨਾਲ जुड़ गया। ਤੇ ਇਹ ਉਹ ਇੰਸਟੀਚਿਊਟ ਹੈ ਕਿ ਉਹ ਦੇਖਦੀ ਹੈ ਵੀ ਕਿਹੜਾ ਇਲਾਕੇ ਦੇ ਵਿੱਚ ਗਰੀਬ ਬੱਚੇ ਦੀ ਲੋੜ ਹੈ ਔਰ ਗਰੀਬ ਬੱਚੇ ਹੈ ਨੇ ਜਿਨ੍ਹਾਂ ਨੂੰ ਐਜੂਕੇਸ਼ਨ ਦੀ ਲੋੜ ਹੈ, ਜਿਨ੍ਹਾਂ ਨੂੰ ਐਜੂਕੇਸ਼ਨ ਦਾ ਐਕਸੈਸ ਹੀ ਨਹੀਂ ਹੈ, ਕਿਤੇ ਬੱਸ ਨਹੀਂ ਜਾ ਰਹੀ ਉਹ ਕਿਤੇ राइट। ਤੇ ਉੱਥੇ ਜਾ ਕੇ ਇਹਨਾਂ ਨੇ 129 ਸਕੂਲਸ ਪਿੰਡਾਂ ਦੇ ਵਿੱਚ ਰਿਮੋਟ ਏਰੀਆਜ਼ ਵਿੱਚ ਜਾ ਕੇ ਉਹਨਾਂ ਨੇ ਸਕੂਲ ਖੋਲੇ ਨੇ ਸੋ ਦੈਟ ਜਿਹੜੇ ਗਰੀਬ ਬੱਚੇ जी ਨੇ ਜਿਨ੍ਹਾਂ ਨੂੰ ਜਿਹੜੇ ਪੜ੍ਹਨਾ ਵੀ ਚਾਹਦੇ ਨੇ ਪਰ ਉਹਨਾਂ ਨੂੰ ਐਜੂਕੇਸ਼ਨ ਐਕਸੈਸ ਨਹੀਂ ਹੈ ਤੇ ਉਸ ਇਲਾਕੇ ਦੇ ਵਿੱਚ जी ਜਾ ਕੇ ਇਹਨਾਂ ਨੇ ਐਜੂਕੇਸ਼ਨ ਇੰਸਟੀਚਿਊਟਸ ਖੋਲੇ ਨੇ। ਤੇ ਮੈਂ राइट। ਆਮ ਰੀਅਲੀ ਮੈਂ ਵੀ ਖੁਸ਼ ਨਸੀਬ ਹਾਂ ਕਿ ਇਸ ਐਜੂਕੇਸ਼ਨ ਇੰਸਟੀਚਿਊਟ ਦੇ ਨਾਲ ਜੁੜਿਆ ਇਸ ਕਰਕੇ ਕਿਉਂਕਿ because I've seen ki like about more than 60,000 students are studying in this school, in all these राइट। schools, and about more than 28,000 students are either learning, getting free education, or they're paying half fee. So this is a very great achievement on this part of this school, this institution. जी ਤੇ ਮੈਂ ਚਾਹੁੰਦਾ राइट। ਕਿ ਜਿਹੜੇ ਵੀ ਆਪਣੇ ਹੈਸੀਅਤ ਦੇ ਹਿਸਾਬ ਨਾਲ ਜਿੰਨੇ ਵੀ ਉਹ ਮੈਂ ਕਹਿੰਦਾ ਵੱਧ ਤੋਂ ਵੱਧ ਇਸ ਇੰਸਟੀਚਿਊਟ ਨੂੰ ਤੁਸੀਂ ਪ੍ਰਮੋਟ ਕਰੋ ਔਰ ਤੁਸੀਂ ਕਿਸੇ ਇੱਕ ਬੱਚੇ ਨੂੰ ਘੱਟ ਤੋਂ ਘੱਟ ਇੱਕ ਸਪਾਂਸਰ ਕਰਕੇ ਤੇ ਤੁਹਾਨੂੰ ਉਹਨਾਂ ਦੀ ਪੂਰੀ ਡਿਟੇਲਸ ਜਿਹੜੀ ਉਹਨਾਂ ਦੀ ਪ੍ਰੋਗਰੈਸ ਰਿਪੋਰਟ ਹੈ ਐਵਰੀ ਸਮੈਸਟਰ ਦੀ ਐਵਰੀ ਕੁਆਟਰਲੀ ਤੁਹਾਨੂੰ ਉਹਨਾਂ ਦੀ ਰਿਪੋਰਟ ਮਿਲ ਸਕਦੀ ਹੈ ਤੇ ਇਸ ਦੇ ਨਾਲ ਕੀ राइट। ਤੁਹਾਨੂੰ ਜੋ ਹੈ ਕਿ ਪੂਰਾ ਅਪ ਟੂ ਡੇਟ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਰਹੇਗੀ। ਸ਼ੋਰ। ਸੋ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਕਿ ਨੋਟ ਕਰਨ ਵਾਲੀ ਹੈ ਕਿ ਜਿੱਥੇ ਤੁਸੀਂ ਇੱਕ ਬੱਚੇ ਦੇ ਵੱਲ ਤੁਸੀਂ ਕੰਟਰੀਬਿਊਟ ਕਰਦੇ ਹੋ ਜਾਂ ਡੋਨੇਸ਼ਨ ਕਰਦੇ ਹੋ ਜਾਂ ਤੁਸੀਂ ਇੱਕ ਬੱਚੇ ਨੂੰ ਸਪਾਂਸਰ ਕਰਦੇ ਹੋ ਉਹਦੀ ਐਜੂਕੇਸ਼ਨ ਵਾਸਤੇ, ਉਸ ਬੱਚੇ ਦੇ ਨਾਲ ਇੱਕ ਨਾਤਾ ਵੀ ਜੁੜ ਜਾਂਦਾ ਹੈ ਕਿਉਂਕਿ ਤੁਹਾਨੂੰ ਉਹ ਕੁਆਟਰਲੀ ਰਿਪੋਰਟਸ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਕਿ ਬੱਚੇ ਕਿਸ ਤਰ੍ਹਾਂ ਪਰਫਾਰਮ ਕਰ ਰਿਹਾ ਹੈ, ਤੁਹਾਡਾ ਦਿੱਤੀ ਹੋਈ ਕੰਟਰੀਬਿਊਸ਼ਨ ਕਿਹੜੇ ਲੇਖੇ ਲੱਗ ਰਹੀ ਹੈ, ਉਸ ਬੱਚੇ ਨੂੰ ਕਿਸ ਤਰ੍ਹਾਂ ਦਾ ਫਾਇਦਾ ਹੋ ਰਿਹਾ ਹੈ, ਇਹ ਸਾਰੀ ਟਰਾਂਸਪੇਰੈਂਸੀ ਜਿਹੜੀ ਹੈ ਉਹ ਮੇਨਟੇਨ ਕੀਤੀ ਜਾਂਦੀ ਹੈ। ਸੋ ਆਈ ਥਿੰਕ ਬੜਾ ਹੀ ਇਨਕ੍ਰੈਡੀਬਲ ਜਿਹੜਾ ਕਨਸੈਪਟ ਹੈ ਉਹ ਬਣਾਇਆ ਗਿਆ। ਸਿਰਫ ਇਹ ਨਹੀਂ ਕਿ ਅਸੀਂ ਡੋਨੇਟ ਕਰਤਾ ਜਾਂ ਚੈਰਿਟੀ ਕਰਤੀ ਔਰ ਉਸ ਤੋਂ ਬਾਅਦ ਭੁੱਲ ਗਏ। ਆਈ ਥਿੰਕ ਇਹ ਇੱਕ ਐਸੀ ਚੀਜ਼ ਹੈ ਜਿਸ ਦੇ ਨਾਲ ਤੁਹਾਨੂੰ ਐਜ਼ ਲੌਂਗ ਐਜ਼ ਤੁਸੀਂ ਡੋਨੇਟ ਕਰ ਰਹੇ ਹੋ ਤੁਸੀਂ ਟਰਾਂਸਪੇਰੈਂਸੀ ਜਿਹੜੀ ਹੈ ਉਹ ਪੂਰੀ ਮੇਨਟੇਨ ਰਹਿੰਦੀ ਹੈ। ਸੋ ਇਸ ਕਰਕੇ ਆਈ ਥਿੰਕ ਇਸ ਆਰਗੇਨਾਈਜੇਸ਼ਨ ਦਾ ਇੰਨਾ ਫਲਣਾ ਫੁੱਲਣਾ ਜਿਹੜਾ ਅਸੀਂ ਦੇਖ ਰਹੇ ਹਾਂ 129 ਅਕਾਲ ਅਕੈਡਮੀਜ਼ ਔਰ ਤਕਰੀਬਨ 70,000 ਬੱਚਾ ਜਿਹੜਾ ਹੈ ਉਹ ਪੜ੍ਹ ਰਿਹਾ, ਜਿਹਦੇ ਵਿੱਚੋਂ ਉਹਨੇ ਮੈਂਸ਼ਨ ਕੀਤਾ ਗੁਰਪ੍ਰੀਤ ਵੀਰ ਜੀ ਨੇ ਕਿ 28,000 ਬੱਚਾ ਜਿਹੜਾ ਹੈ ਜਾਂ ਤਾਂ ਹਾਫ ਪੇ ਤੇ ਪੜ੍ਹ ਰਿਹਾ ਜਾਂ ਉਹ ਬਿਲਕੁਲ ਫ੍ਰੀ ਪੜ੍ਹ ਰਿਹਾ। ਸੋ ਜੇ ਤੁਸੀਂ ਵੀ ਸੋਚ ਰਹੇ ਹੋ, ਸੋਚੋ ਨਹੀਂ, ਹੁਣੇ ਹੀ ਤੁਸੀਂ ਕਾਲ ਕਰੋ ਤੇ ਜਾਂ ਫਿਰ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਔਰ ਕੋਈ ਵੀ ਸਵਾਲ ਹੋਵੇ ਉਹ ਤੁਸੀਂ ਪੁੱਛ ਸਕਦੇ ਹੋ ਔਰ ਡੋਨੇਟ ਕਰੋ। ਫਿਲਹਾਲ ਸਮਾਂ ਹੋ ਚੱਲੇ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫੇਰ ਹਾਜ਼ਰ ਹੋਵਾਂਗੇ ਤੇ ਆਪਣੇ ਜਿਹੜੇ ਬਾਕੀ ਸਾਡੇ ਪਾਰਟਿਸਿਪੈਂਟਸ ਨੇ ਉਹਨਾਂ ਦੇ ਨਾਲ ਗੱਲ ਕਰਾਂਗੇ। ਟੇਕ ਅ ਬ੍ਰੇਕ।
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦੇ ਅੱਗੇ ਅਸੀਂ ਇੱਕ ਵਾਰੀ ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ। ਜਿੱਥੇ ਅਸੀਂ ਗੱਲ ਕਰ ਰਹੇ ਸੀਗੇ ਕਿ ਐਜੂਕੇਸ਼ਨ ਕਿੰਨੀ ਇੰਪੋਰਟੈਂਟ ਹੈ, ਬਟ ਕੈਨ ਯੂ ਬਿਲੀਵ, ਕਿਉਂਕਿ ਇਹ 2020 ਜਿਹੜਾ ਪੂਰਾ ਸਾਲ ਗਿਆ ਹੈ, ਇਹ ਇੱਕ ਬੜਾ ਕਹਿ ਸਕਦੇ ਆ ਕਿ ਹਿਸਟਰੀ ਦੇ ਵਿੱਚ ਇੱਕ ਤਾਂ ਲਿਖਿਆ ਜਾਏਗਾ ਕਰੋਨਾ ਵਾਇਰਸ ਕਰਕੇ, ਜਿਹੜੇ ਲੋਕਡਾਊਨਸ ਹੋਏ, ਸ਼ਟਡਾਊਨਸ ਹੋਏ, ਇਕਨੋਮੀਜ਼ ਦੇ ਉੱਤੇ ਇੰਨਾ ਫਰਕ ਪਿਆ, ਔਰ ਇੱਕ ਤਰੀਕੇ ਦੇ ਨਾਲ ਕਈਆਂ ਦੀ ਜੌਬਸ ਗਈਆਂ, ਅਨਐਮਪਲੋਇਮੈਂਟ ਰੇਟਸ ਵਧੇ, ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਡੋਮੈਸਟਿਕ ਵਾਇਲੈਂਸ ਔਰ ਬਹੁਤ ਐਲਕੋਹਲ ਅਬਿਊਜ਼ ਵੀ ਦੇਖਿਆ ਗਿਆ, ਕਿਉਂਕਿ ਘਰ ਬੈਠ ਕੇ ਲੋਕਾਂ ਦੇ ਬਹੁਤ ਜ਼ਿਆਦਾ ਡਿਪਰੈਸ਼ਨ ਵੀ ਜਿਹੜਾ ਹੈ ਉਹ ਦੇਖਾ ਗਿਆ। ਇਸੇ ਤਰੀਕੇ ਦੇ ਨਾਲ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਕਿ ਪੰਜਾਬ ਦੇ ਕਿਸਾਨਾਂ ਨੇ ਕਿਸ ਤਰ੍ਹਾਂ ਮੁਹਿੰਮ ਛੇੜੀ ਹੋਈ ਹੈ, ਔਰ ਜਿਹੜੇ ਬਿੱਲ ਪਾਸ ਹੋਏ ਸੀਗੇ 3, ਉਹਨਾਂ ਬਿੱਲਾਂ ਖਿਲਾਫ ਅੱਜ ਤੱਕ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਆਪਣੀ ਆਵਾਜ਼ ਚੁੱਕ ਰਹੇ ਨੇ, ਔਰ ਸੈਂਟਰ ਔਰ ਕਿਸਾਨਾਂ ਦੇ ਵਿੱਚ ਇੱਕ ਤਰੀਕੇ ਦਾ ਡੈਡਲੌਕ ਲੱਗਿਆ ਹੋਇਆ। ਸੋ ਹਾਲਾਤ ਜਿਹੜੇ ਨੇ ਇਸ ਸਾਲ ਕਾਫੀ ਹੀ ਵਿਗੜੇ ਰਹੇ, ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਹਾਲਤ ਹੈ ਉਹ ਬਹੁਤ ਹੀ ਖਰਾਬ ਗਈ ਹੈ। ਲੇਕਿਨ ਇਹਨਾਂ ਕੋਲੋਂ ਆਪਣੇ ਜਿਹੜੇ ਬੜੂ ਸਾਹਿਬ ਅਦਾਰਾ ਹੈ ਉਸਨੇ ਐਜੂਕੇਸ਼ਨ ਕੰਟੀਨਿਊ ਰੱਖੀ। ਟੀਚਰਸ ਦੀ ਜਿਹੜੀ ਸੈਲਰੀਜ਼ ਹੈ ਉਹ ਸਾਰਿਆਂ ਨੂੰ ਸੈਲਰੀਜ਼ ਜਿਹੜੀਆਂ ਨੇ ਉਹ ਜਾ ਰਹੀਆਂ ਨੇ, ਔਰ ਪੂਰਾ ਐਡਮਿਨ ਦਾ ਜਿਹੜਾ ਪੂਰਾ ਸਟਾਫ ਹੈ ਉਸ ਨੂੰ ਵੀ ਸੈਲਰੀਜ਼ ਜਾ ਰਹੀਆਂ ਨੇ। ਸੋ ਇਹ ਖਰਚੇ ਜਿਹੜੇ ਨੇ ਭੁਗਾਉਣੇ ਕੋਈ ਸੌਖੇ ਨਹੀਂ ਨੇ, ਜਦੋਂ ਅਸੀਂ ਬੱਚਿਆਂ ਨੂੰ ਕੰਪਲੀਟਲੀ ਅਗਰ ਅਸੀਂ ਫ੍ਰੀ ਹੀ ਪੜਾਉਣਾ ਸ਼ੁਰੂ ਕਰ ਦਈਏ, ਕਿਉਂਕਿ ਕਹਿਣ ਦਾ ਮਕਸਦ ਇਹ ਸੀ, ਬਹੁਤ ਸਾਰੇ ਲੋਕ ਕਹਿੰਦੇ ਸੀ ਵੀ ਸਾਰੇ ਬੱਚਿਆਂ ਨੂੰ ਕਿਉਂ ਨਹੀਂ ਫ੍ਰੀ ਪੜਾਇਆ ਜਾ ਸਕਦਾ। ਇਸ ਕਰਕੇ ਫ੍ਰੀ ਨਹੀਂ ਪੜਾਇਆ ਜਾ ਸਕਦਾ ਕਿਉਂਕਿ ਜਿਸ ਤਰ੍ਹਾਂ ਸਾਡੇ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸੁਣਿਆ ਹੋਏਗਾ ਕਿ ਇੰਨੇ ਸਾਰੇ ਖਰਚੇ, ਜਿਹੜੇ 129 ਕਾਲ ਅਕੈਡਮੀਜ਼, ਗੁਰੂ ਕੀ ਕਾਸ਼ੀ ਜਿਹੜੀ ਯੂਨੀਵਰਸਿਟੀ ਹੈ, ਉਸ ਦੀ ਮੇਨਟੇਨੈਂਸ, ਐਡਮਿਨ ਖਰਚਾ, ਸਾਰਾ ਟੀਚਰਸ ਦੀ ਸੈਲਰੀਜ਼ ਦੇਣੀਆਂ, ਇਹ ਵੀ ਤਾਂ ਕਿਤੋਂ ਨਾ ਕਿਤੋਂ ਕੱਢਣੀਆਂ ਹੀ ਹੈ। ਸੋ ਇਸ ਕਰਕੇ ਕੁਝ ਬੱਚੇ ਜਿਹੜੇ ਨੇ, ਇਸੇ ਕਰਕੇ ਕੁਝ ਹੀ ਬੱਚਿਆਂ ਨੂੰ ਜਿਹੜੀ ਹੈ ਉਹ ਫ੍ਰੀ ਐਜੂਕੇਸ਼ਨ ਜਿਹੜੀ ਹੈ ਪ੍ਰੋਵਾਈਡ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਤੁਸੀਂ ਸਪਾਂਸਰ ਕਰਦੇ ਹੋ। ਸੋ ਜਿਹੜੇ ਹਾਲਾਤ ਨੇ, ਮੁਕਤਾ ਭੈਣ ਜੀ, ਮੈਂ ਤੁਹਾਨੂੰ ਇੱਕ ਵਾਰੀ ਸਕਰੀਨ ਦੇ ਉੱਤੇ ਲੈਣਾ ਚਾਹਾਂਗੀ ਤੇ ਜਾਣਨਾ ਚਾਹਾਂਗੀ ਤੁਹਾਡੇ ਕੋਲੋਂ ਕਿ ਅੱਜ ਦੇ ਜਿਹੜੇ ਹਾਲਾਤ ਨੇ ਕੋਵਿਡ ਕਰਕੇ ਇਸ ਸਾਲ ਬਹੁਤ ਹੀ ਜਿਹੜੀ ਮਾਰ ਪਈ ਹੈ ਲੋਕਾਂ ਦੇ ਘਰਾਂ ਦੇ ਵਿੱਚ, EMPLOYMENT ਦੇ ਵਿੱਚ, everything has been kind of like devastated, ਲੇਕਿਨ ਉਹਨਾਂ ਬੱਚਿਆਂ ਨੂੰ ਤੁਸੀਂ ਕਿਸ ਤਰ੍ਹਾਂ ਸੰਭਾਲਿਆ, ਇਸ ਅਦਾਰੇ ਨੇ ਕਿਸ ਤਰ੍ਹਾਂ ਸੰਭਾਲਿਆ? ਸੁਮਨ ਜੀ, ਬੜਾ ਅੱਛਾ ਕੁਐਸਚਨ ਤੁਸੀਂ ਕੀਤਾ ਹੈਗਾ। ਵੀ ਪਹਿਲੇ ਤੇ ਮੈਂ ਬੜੀ ਖੁਸ਼ੀ ਨਾਲ ਤੁਹਾਨੂੰ ਦੱਸਣਾ ਚਾਹਾਂਗੀ ਤੇ ਸੰਗਤ ਨੂੰ ਵੀ ਥੈਂਕ ਯੂ ਕਰਨਾ ਚਾਹਾਂਗੀ। ਤੇ ਮੈਨੂੰ ਹੁਣੇ ਮੈਂ ਟੈਕਸਟ ਮੈਸੇਜ ਜਿਹੜਾ ਕਿ ਰਿਸੀਵ ਕੀਤੇ ਹੈਗੇ ਨੇ ਫਰੋਮ ਮਾਈ ਬੈਕਐਂਡ ਟੀਮ, ਤੇ ਗੁਰਪਾਲ ਸਿੰਘ ਢਿੱਲੋਂ ਜੀ ਵੱਲੋਂ 2 ਬੱਚੇ ਸਪਾਂਸਰ ਹੋਏ ਨੇ। ਮੈਂ ਉਹਨਾਂ ਵਾਸਤੇ ਪਹਿਲੇ ਜਕਾਰਾ ਬੁਲਾਉਣਾ ਚਾਹਾਂਗੀ ਤੇ ਉਹਨਾਂ ਨੂੰ ਥੈਂਕ ਯੂ ਕਰਨਾ ਚਾਹਾਂਗੀ। ਤੇ ਉਸ ਤੋਂ ਬਾਅਦ ਸੁਰਜੀਤ ਕੌਰ ਜੀ ਹੈਗੇ ਨੇ ਫਰੋਮ ਟੋਰਾਂਟੋ ਤੋਂ, ਉਹਨਾਂ ਨੇ ਇੱਕ ਬੱਚਾ ਜਿਹੜਾ ਵੇ ਉਹਨਾਂ ਨੇ ਸਪਾਂਸਰ ਕੀਤਾ ਹੈਗਾ ਵੇ। ਉਹਨਾਂ ਨੇ ਸਪੈਸ਼ਲੀ ਕਿਹਾ ਕਿ ਉਹਨਾਂ ਨੂੰ ਗਰਲ ਚਾਈਲਡ ਚਾਹੀਦੀ ਹੈਗੀ ਹੈ। ਤੇ ਉਸ ਤੋਂ ਬਾਅਦ ਆਪਣਾ ਕੀ ਨਾਮ ਹੈ, ਸਪਾਂਸਰ ਕਰਨ ਦਾ ਕੀ ਨਾਮ ਹੈ, ਤੀਸਰਾ ਜਿਹੜਾ ਹੈਗਾ ਵੇ ਡਾਕਟਰ ਖੁਰਾਨਾ ਹੈਗੇ ਨੇ, ਉਹ ਪ੍ਰੋਗਰਾਮ ਦੇਖ ਰਹੇ ਨੇ ਤੇ ਉਹਨਾਂ ਨੇ ਡੀਟੇਲ ਇਨਫੋਰਮੇਸ਼ਨ ਮੰਗੀ ਹੈਗੀ ਹੈ। ਹੀ ਸੈਡ ਕਿ ਮੇਬੀ ਉਹ ਇੰਡੋਮੈਂਟ ਵਿੱਚ ਜਾਣਗੇ ਜਾਂ ਈਅਰਲੀ ਕਰਨਾ ਚਾਹਣਗੇ, ਤੇ ਉਹ ਕਹਿੰਦੇ ਕਿ ਤੁਸੀਂ ਮੈਨੂੰ ਪੂਰਾ ਜਿਹੜਾ ਹੈ ਕਿ ਡੀਟੇਲ ਇਨਫੋਰਮੇਸ਼ਨ ਈਮੇਲ ਕਰੋ। ਸੋ ਉਹਨਾਂ ਨੇ ਵੀ ਇੱਕ ਬੱਚਾ ਜਿਹੜਾ ਕਿਹਾ ਵੀ ਮੈਂ ਜ਼ਰੂਰ ਕਰਾਂਗਾ, ਭਾਵੇਂ ਮੈਂ ਲਾਈਫ ਟਾਈਮ ਕਰਾਂ ਜਾਂ ਮੈਂ ਈਅਰਲੀ ਬੇਸ ਤੇ ਕਰਾਂ। ਸੋ ਪਹਿਲੇ ਮੈਂ ਇਹ ਤਿੰਨਾਂ ਡੋਨਰਸ ਨੂੰ ਹਰ ਦਿਲੋਂ ਥੈਂਕ ਯੂ ਕਰਨਾ ਚਾਹਾਂਗੀ ਬਿਹਾਫ ਆਫ ਆਵਰ ਆਰਗੇਨਾਈਜੇਸ਼ਨ। ਤੇ ਬਾਕੀ ਤੁਸੀਂ ਹੁਣੇ ਜਿਵੇਂ ਕੁਐਸਚਨ ਕੀਤਾ ਕਿ ਜਿਹੜਾ ਕਿ ਬੱਚੇ ਕਿਸ ਤਰ੍ਹਾਂ ਸੰਭਾਲ ਰਹੇ, ਉਦੋਂ ਜਦੋਂ ਪੈਂਡੇਮਿਕ ਇੱਕਦਮ ਹੀ ਸਟਾਰਟ ਹੋਇਆ ਤੇ ਅਸੀਂ ਨਾਲ ਹੀ ਪਲਾਨ ਵਿਦਿਨ ਲਾਈਕ 10 ਡੇਜ਼ ਦੇ ਵਿੱਚ ਹੀ ਜਿਹੜਾ ਆਰਗੇਨਾਈਜੇਸ਼ਨ ਨੇ ਪੂਰੀ ਮੀਟਿੰਗ ਕਰਕੇ, ਟੀਚਰਸ ਨਾਲ ਪੂਰੀ ਵਰਚੁਅਲੀ ਮੀਟਿੰਗ ਕਰਕੇ ਇਹ ਡਿਸਾਈਡ ਕੀਤਾ ਕਿ ਅਸੀਂ ਆਨਲਾਈਨ ਸਕੂਲ ਜਿਹੜਾ ਸ਼ੁਰੂ ਕਰ ਰਹੇ ਹਾਂ, ਰਾਈਟ। ਤੇ ਤਾਂ ਕਿ ਬੱਚੇ ਉਹਨਾਂ ਨੂੰ ਅੰਗੇਜ ਪੜ੍ਹਾਈ ਦੇ ਨਾਲ ਕੀਤੀ ਰੱਖਿਆ ਘਰ ਬੈਠ ਕੇ, ਪਲੱਸ ਉਹਨਾਂ ਨੂੰ ਨਿਤਨੇਮ ਤੇ ਨਾਮ ਬਾਣੀ ਦੇ ਨਾਲ ਅੰਗੇਜ ਕੀਤਾ। ਬੱਚਿਆਂ ਨੂੰ ਤੇ ਕੀਤਾ ਉਹਨਾਂ ਦੇ ਪਰਿਵਾਰਾਂ ਦੇ ਪੈਰੈਂਟਸ ਨੂੰ ਵੀ ਨਾਲ ਕੀਤਾ। ਸੋ 60,000 ਬੱਚਾ ਆਪਣੇ ਘਰੋਂ ਬੈਠ ਕੇ ਰੋਜ਼ ਨਿਤਨੇਮ ਸਵੇਰੇ ਕਰਦਾ ਸੀਗਾ, ਨਾਲ ਉਹਨਾਂ ਦੇ ਪੈਰੈਂਟਸ ਵੀ ਬੈਠ ਕੇ ਨਿਤਨੇਮ ਕਰਦੇ ਸੀ। ਸੋ ਕਿਧਰੇ ਨਾ ਕਿਧਰੇ ਇੰਨਾ ਜ਼ਿਆਦਾ ਸਟ੍ਰੈਸ ਲੈਵਲ ਆ ਗਿਆ ਸੀ ਤੇ ਉਹਦੇ ਵਿੱਚ ਬਾਬਾ ਜੀ ਨੂੰ ਸੀਗਾ ਕਿ ਆਪਾਂ ਨਾਮ ਬਾਣੀ ਤੋਂ ਨਹੀਂ ਟੁੱਟਣਾ, ਨਹੀਂ ਤੇ ਅਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਵਾਂਗੇ। ਸੋ ਪੈਰੈਂਟਸ ਨੂੰ ਤੇ ਬੱਚਿਆਂ ਨੂੰ ਕੀਤਾ ਥਰੂ ਦਾ ਐਜੂਕੇਸ਼ਨ, ਬਟ ਉਹਦੇ ਨਾਲ ਦੇ ਨਾਲ ਜਿਹੜੇ ਪੈਰੈਂਟਸ ਨੂੰ ਵੀ ਅੰਗੇਜ ਕੀਤਾ। ਪੈਰੈਂਟਸ
ਪੂਰਾ ਇਨਵੋਲਵ ਹੋ ਗਏ। ਉਹਨਾਂ ਨੇ ਘਰੋਂ ਬੱਚਿਆਂ ਨੂੰ, ਜਿੱਥੇ ਕਿ ਹਾਲਾਂਕਿ ਤੁਸੀਂ ਦੇਖੋ ਕਿ ਇੰਟਰਨੈਟ ਕਨੈਕਟੀਵਿਟੀ ਦੀ ਪ੍ਰੋਬਲਮ ਕਾਫੀ ਹੈਗੀ ਹੈ ਰੂਰਲ ਏਰੀਆ ਦੇ ਵਿੱਚ, ਪਿੰਡਾਂ ਦੇ ਜੀ ਵਿੱਚ, ਤੇ ਉਸਦੇ ਜੀ ਬਾਵਜੂਦ ਉਹਨਾਂ ਨੇ WhatsApp ਗਰੁੱਪ ਬਣਾਏ। ਕਿਸ ਤਰ੍ਹਾਂ ਉਹਨਾਂ ਨੇ ਇੰਨੇ 60,000 ਬੱਚਿਆਂ ਨੂੰ ਐਟ ਵਨ ਟਾਈਮ, ਰੋਜ਼ ਸਵੇਰੇ ਸਕੂਲ ਲੱਗ ਰਿਹਾ ਹੈ, ਤੇ ਜਦੋਂ ਐਗਜ਼ਾਮ ਹੋਏ, ਜਿਵੇਂ ਇੱਕ ਐਗਜ਼ਾਮ ਹੁੰਦਾ ਸੀ, 30,000 ਬੱਚੇ ਉਸ ਐਗਜ਼ਾਮ ਵਿੱਚ ਬੈਠੇ, ਆਨਲਾਈਨ ਐਗਜ਼ਾਮ, ਜਿਵੇਂ ਅਸੀਂ ਇੱਥੋਂ ਬੈਠ ਕੇ ਆਓ ਕਰਦੇ ਆ। ਇੱਥੇ ਸਭ ਕੁਝ ਈਜ਼ੀ ਹੈ, ਜੀ ਬਟ ਪਿੰਡਾਂ ਵਿੱਚ ਇਹੋ ਹਾਂਜੀ ਜੀ ਜਿਹੜੀ ਸਰਵਿਸ ਨੂੰ ਪ੍ਰੋਵਾਈਡ ਕਰਨਾ, ਉਹ ਸ਼ਹਿਰੀ ਸਕੂਲਾਂ ਨੂੰ ਵੀ ਮਾਤ ਦੇਣ ਵਾਲੀ ਗੱਲ ਸੀਗੀ, ਰਾਈਟ। ਨਾਲੇ ਜੀ ਸਭ ਜੀ ਤੋਂ ਇੰਪੋਰਟੈਂਟ ਹੈਗਾ ਆਰਗੇਨਾਈਜੇਸ਼ਨ ਦੀ ਜਿਹੜੀ ਵਿਲੱਖਣਤਾ ਹੈਗੀ ਏ, ਉਹ ਇਹ ਹੈਗੀ ਏ ਕਿ ਪੰਜਾਬ ਦੇ ਹਰ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਹੈਗਾ ਵੇ, ਉਹ ਕਲਗੀਧਰ ਟਰਸਟ ਬਰੂ ਸਾਹਿਬ ਹੈਗਾ ਵੇ। ਕਿਉਂਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਿਸੇ ਨੇ ਵੀ ਫਿਕਰ ਨਹੀਂ ਕਰਨਾ ਸੀ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਦਾ, ਜਿਹੜਾ ਕਿ ਸਕੂਲ ਪਿੰਡਾਂ ਦੇ ਵਿੱਚ, ਜਿਵੇਂ ਉਹਨੇ ਗੁਰਪ੍ਰੀਤ ਵੀਰ ਜੀ ਨੇ ਕਿੰਨਾ ਸੋਹਣਾ ਕਿਹਾ ਕਿ ਜਿਹੜੇ ਬਿਜ਼ਨਸ ਮਾਈਂਡ ਨੂੰ ਲੈ ਕੇ ਉਹ ਸਕੂਲ ਆਪਣੇ ਸ਼ਹਿਰਾਂ ਵਿੱਚ ਇਸਟੈਬਲਿਸ਼ ਕਰਦੇ, ਬਟ ਸਾਡਾ ਜਿਹੜਾ ਮਕਸਦ ਕੋਈ ਬਿਜ਼ਨਸ ਦਾ ਨਹੀਂ ਸੀਗਾ। ਸਾਡਾ ਮਕਸਦ ਸੀ ਕਿ ਜੀ ਐਜੂਕੇਸ਼ਨ ਦਿੱਤੀ ਜਾਏ, ਜਿਵੇਂ ਤੁਸੀਂ ਆਪ ਜੀ ਨੇ ਵੀ ਉਹਨੇ ਕਿਹਾ ਕਿ ਹੱਕ ਹਰ ਬੱਚੇ ਦਾ ਵੇ ਐਜੂਕੇਸ਼ਨ ਦਾ, ਉਹਦੇ ਕੋਲ ਭਾਵੇਂ ਰਿਸੋਰਸਿਸ ਜੀ ਹੈਗੇ ਜਾਂ ਨਹੀਂ ਹੈਗੇ, ਬਟ ਬਾਬਾ ਜੀ ਨੂੰ ਬਸ ਇੱਕੋ ਚੀਜ਼ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਗੁਰੂ ਆਪ ਵਸਦੇ, ਅਸਲੀ ਪੰਜਾਬ ਸਾਡੇ ਪਿੰਡਾਂ ਵਿੱਚ ਵਸਦਾ ਹੈ, ਤੇ ਉਹਨਾਂ ਬੱਚਿਆਂ ਦਾ ਭਵਿੱਖ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ, ਤੇ ਸਕੂਲ ਖੋਲੋ, ਵੱਧ ਤੋਂ ਵੱਧ ਜੀ ਬੱਚੇ ਪੜ੍ਹਾਓ, ਆਪਣੇ ਪੰਜਾਬ ਨੂੰ ਬਚਾਓ। ਤੇ ਮੈਂ ਸਾਰੇ ਐਬਸੋਲੂਟਲੀ ਡੋਨਰਸ ਨੂੰ ਵੀ ਨਾ ਕਹਿਣਾ ਚਾਹੂੰਗੀ ਕਿ ਪਲੀਜ਼ ਤੁਸੀਂ ਫੋਨ ਚੁੱਕੋ। ਜਿਵੇਂ ਕਿ ਸਾਡੇ ਹੁਣੇ 3 ਡੋਨਰਸ ਦਾ ਮੈਂ ਦੁਬਾਰਾ ਥੈਂਕ ਯੂ ਕਰਨਾ ਚਾਹਾਂਗੀ ਕਿ ਇੱਕ ਬੱਚੇ ਜੀ ਦਾ ਖਰਚਾ ਸਾਲ ਦਾ ਅਸੀਂ ਬਹੁਤ ਈਜ਼ੀਲੀ ਚੁੱਕ ਸਕਦੇ ਹੈਗੇ ਆ। ਇੱਕ ਬੱਚੇ ਦਾ ਅਸੀਂ ਅਗਰ ਵੀੜਾ ਚੁੱਕ ਲਾਂਗੇ, ਭਾਵੇਂ ਅਸੀਂ ਅਮਰੀਕਾ ਚ ਰਹਿੰਦੇ ਆ, ਭਾਵੇਂ ਅਸੀਂ ਕੈਨੇਡਾ ਚ ਰਹਿੰਦੇ ਆ, ਜਿਵੇਂ ਆਪ ਨੇ ਕਿਹਾ ਕਿ ਅਸੀਂ ਬੜੇ ਸੁੱਖਾਂ ਚ ਇੱਥੇ ਬੈਠੇ ਹੋਏ ਆ, ਹਰ ਚੀਜ਼ ਅਫੋਰਡ ਕਰ ਸਕਦੇ ਆ, ਭਾਵੇਂ ਰਿਸੈਸ਼ਨ ਹੈਗਾ, ਭਾਵੇਂ ਪੈਂਡੇਮਿਕ ਹੈਗਾ, ਨੋ ਮੈਟਰ ਵਟ, ਸਾਡੇ ਬੱਚਿਆਂ ਨੂੰ ਐਜੂਕੇਸ਼ਨ ਮਿਲ ਰਹੀ ਹੈ, ਸਾਡੇ ਯੈਸ ਬੱਚਿਆਂ ਨੂੰ ਫੂਡ ਮਿਲ ਰਿਹਾ ਹੈ। ਬਟ ਅਸੀਂ ਆਪਣੇ ਤੋਂ, ਮੈਂ ਤੋਂ, ਮੇਰੇ ਬੱਚਿਆਂ ਤੋਂ, ਸਭ ਕੁਝ ਆਪਣੇ ਬਾਰੇ ਸੋਚਣ ਤੋਂ ਪਰੇ ਹਟ ਕੇ ਅਸੀਂ ਇੱਕ ਬੱਚੇ ਨੂੰ ਜ਼ਰੂਰ ਅਸੀਂ ਸਪਾਂਸਰ ਕਰੀਏ। $500 ਨੂੰ ਅਸੀਂ ਮੰਥਲੀ ਵੀ ਪ੍ਰੋਗਰਾਮ ਦੇ ਵਿੱਚ, $50 ਮੰਥ ਦੇ ਵਿੱਚ ਵੀ ਅਸੀਂ ਲੈ ਕੇ ਇੱਕ ਬੱਚਾ ਸਪਾਂਸਰ ਜਿਹੜਾ ਕਰ ਸਕਦੇ ਆ। ਤੇ ਤੇ ਪਲੀਜ਼ ਕਾਲ ਕਰੋ। ਮੰਥਲੀ ਦਾ ਕਿੰਨਾ ਹੈ? ਮੰਥਲੀ ਦਾ ਮੰਥਲੀ ਦਾ $50 ਕਿੰਨਾ ਅ ਹੈ? ਮੰਥ, $50 ਅ $50 ਮੰਥ a ਮੈਮ, month, ਰਾਈਟ। ਮੰਥ, ਯੈਸ। ਤੇ ਜੇ ਕੋਈ ਲੰਪਸਮ ਅਮਾਉਂਟ ਪੇ ਕਰਨਾ ਚਾਹੇ, ਉਹ ਕਿੰਨਾ ਹੈ? $500 a year ਫਿਰ ਨਾ, $500, ਠੀਕ ਹੈ। ਸੋ ਅਦਰਵਾਈਜ਼ $500 ਜੇ ਕਿਸੇ ਨੂੰ ਲੱਗੇ ਕਿ $50 ਪੂਰੇ ਮਹੀਨੇ ਦੇ ਵਿੱਚੋਂ ਕੱਢਣਾ, ਆਈ ਥਿੰਕ ਇਹ ਤਾਂ ਕਰਨਾ। ਅੱਖਾਂ ਬੰਦ ਕਰਕੇ ਇੱਕ ਕੀਤਾ ਜਾ ਸਕਦਾ, ਔਰ ਇੱਕ ਬੱਚੇ ਦੀ ਪੜ੍ਹਾਈ ਸਪਾਂਸਰ ਹੋ ਸਕਦੀ ਹੈ। ਆਈ ਥਿੰਕ ਇਟਸ ਐਬਸੋਲੂਟਲੀ ਇਹ ਤੇ ਸਾਡੀ ਇਨਕ੍ਰੈਡੀਬਲ। ਹਨਾ, ਇਹ ਤੇ ਸਾਡਾ ਦਸਵੰਧ ਵੀ ਨਹੀਂ ਐਬਸੋਲੂਟਲੀ ਬਣਦਾ, ਦੁੱਗਣੀ ਮਨੀ ਜਿਵੇਂ ਕਹਿ ਲਓ ਨਾ ਜੀ ਹੁੰਦੀ ਹੈ ਨਾ, ਕਿ ਬੈਂਕ ਹੁੰਦਾ, ਉਹਦੇ ਚੋਂ ਵੀ ਅਸੀਂ ਕੱਢ ਕੇ ਅਸੀਂ ਕਰ ਸਕਦੇ ਹੈਗੇ ਆ ਯਾਰ। ਜੀ ਜੀ ਆਈ ਥਿੰਕ ਇਟਸ ਫॉर ਅ ਗੁੱਡ ਕਾਜ਼, ਗੁੱਡ ਡੀਡ, ਐਂਡ ਆਈ ਥਿੰਕ ਇਹ ਜਿਹੜੀ ਡੀਡ ਹੈ ਇਹ ਬਹੁਤ ਲੌਂਗ ਟਾਈਮ ਲਈ ਅੱਗੇ ਜਾਣ ਵਾਲੀ ਹੈ, ਔਰ ਬਹੁਤ ਲੰਬੇ ਸਮੇਂ ਤੱਕ ਤੁਹਾਨੂੰ ਆਪਣੇ ਮਨ ਦੇ ਵਿੱਚ, ਤੁਹਾਨੂੰ ਦਿਲ ਦੇ ਵਿੱਚ ਇੱਕ ਤਰੀਕੇ ਦਾ ਤੁਹਾਨੂੰ ਆਪ ਨੂੰ ਵੀ ਮਾਣ ਮਹਿਸੂਸ ਹੋਏਗਾ ਕਿ ਤੁਸੀਂ ਕਿਸੇ ਬੱਚੇ ਦੀ ਜਿਹੜੀ ਹੈ ਉਹ ਜ਼ਿੰਦਗੀ ਬਦਲ ਦਿੱਤੀ ਹੈ। ਆਓ ਹੁਣ ਗੱਲ ਕਰਦੇ ਹਾਂ ਪ੍ਰਭਪ੍ਰੀਤ ਵੀਰ ਜੀ ਦੇ ਨਾਲ, ਜਿਹੜੇ ਕਿ ਸਾਡੇ ਨਾਲ ਪਹਿਲੀ ਵਾਰੀ ਜੁਆਇਨ ਕਰ ਰਹੇ ਨੇ। ਪ੍ਰਭਪ੍ਰੀਤ ਜੀ, ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਔਰ ਤੁਸੀਂ ਟੋਰਾਂਟੋ ਤੋਂ ਹੋ। ਪਲੀਜ਼ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਤੁਸੀਂ ਇਸ ਅਦਾਰੇ ਦੇ ਨਾਲ ਕਿਉਂ ਜੁੜੇ ਹੋਏ ਹੋ, ਔਰ ਕਦ ਤੋਂ ਜੁੜੇ ਹੋਏ ਹੋ, ਔਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕੀ ਵਿਜ਼ਨ ਰੱਖਦੇ ਹੋ? ਓਕੇ, ਤੇ ਪਹਿਲੇ ਤੇ ਕਿਉਂ ਦਾ ਆਨਸਰ ਕਰੀਏ। ਕਿਉਂ ਜੁੜੇ ਹੋਏ ਆ, ਆਈ ਥਿੰਕ ਕੁਝ ਚੀਜ਼ਾਂ ਹੁੰਦੀਆਂ ਨੇ ਕਿ ਯੂ ਥਿੰਕ ਵਿਦ ਯੋਰ ਮਾਈਂਡ ਐਂਡ ਸਮ ਥਿੰਗਸ ਆਰ ਐਕਚੁਅਲੀ ਇੰਟੂਇਟਿਵ। ਸੋ ਇਹ ਕੁਝ ਚੀਜ਼ ਐਕਚੁਅਲੀ ਇੰਟੂਇਟਿਵ ਹੈ ਦੈਟ ਇੱਕ ਇਮੋਸ਼ਨਲ ਲੈਵਲ ਤੇ when you see the things happening and you actually care about the kids, ਜਿਹੜੇ ਜਦ ਆਪਣੇ ਔਨ ਗਰਾਊਂਡ ਦੇਖਿਆ ਹੋਏ ਕਿ ਕਿਸ ਤਰ੍ਹਾਂ ਬੱਚੇ ਪੰਜਾਬ ਕਿਸ ਤਰ੍ਹਾਂ ਨਸ਼ਿਆਂ ਵਿੱਚ ਜਾਂ ਡਰਗ ਐਡਿਕਸ਼ਨ ਵਿੱਚ ਕਿਸ ਤਰ੍ਹਾਂ ਰੁਇਨ ਹੋ ਰਿਹਾ, ਐਂਡ ਯੂ ਹੈਵ ਆਲ ਯੋਰ ਜੀ ਰੂਟਸ ਦੇਅਰ, ਯੂ ਹੈਵ ਆਲ ਯੋਰ ਗੁਰੂ ਧਾਮਸ ਦੇਅਰ, ਐਂਡ ਉੱਥੇ ਉਹ ਬੱਚਿਆਂ ਨੂੰ ਅਗਰ ਆਪਾਂ ਪੰਜਾਬ ਨੂੰ ਕਿਸੇ ਤਰੀਕੇ ਨਾਲ ਵੀ ਸੇਵ ਕਰਨਾ ਹੈ, ਜਿਸ ਤਰ੍ਹਾਂ ਜੋ ਵੀ ਫਾਰਮਰ ਸੁਸਾਈਡ ਹੋ ਰਿਹਾ ਹੈ, ਜਿਸ ਤਰ੍ਹਾਂ ਵੀ ਲਾਈਫ ਉੱਥੇ
ਇੱਕ ਕਿਸਮ ਨਾਲ ਸਪੋਇਲ ਹੋ ਰਹੀ ਹੈ। ਜੀ ਉਹਦਾ ਇੱਕੋ ਇੱਕ ਜੀ ਸੋਲੂਸ਼ਨ ਹੈ ਐਜੂਕੇਸ਼ਨ, ਐਂਡ ਉਹ ਚੀਜ਼ ਉੱਥੇ ਪ੍ਰੋਵਾਈਡ ਕੀਤੀ ਜਾ ਰਹੀ ਹੈ, ਐਂਡ that too is not only a kind of normal ਦੁਨਿਆਵੀ ਵਿਦਿਆ, but a value based education। ਤੇ ਉਹ ਆਪੇ ਨਾ ਇੱਕ ਔਰਾ ਬਣਾ ਦਿੰਦਾ ਹੈ ਕਿ ਯਾਰ ਐਟਲੀਸਟ ਆਪਾਂ I mean, I would consider myself would have been really luckier agar I could have that fortunate time to have to be physically there और ਉੱਥੇ मैं serve कर सकदा। but at least दूर बैठे at least ਆਪਾਂ ਇੰਨਾ ਹੀ contribution ਕਰ ਸਕੀਏ ਜੋ ਮੈਨੂੰ ਲੱਗਦਾ ਹੈ ਕਿ ਬਈ ਇੱਕ ਦਸਵੰਧ ਦੇ ਤੌਰ ਤੇ ਇੱਕ ਮੋਨਿਟਰੀ ਤੌਰ ਤੇ ਆਪਾਂ ਕੰਟਰੀਬਿਊਟ ਕਰ ਸਕੀਏ, ਤੇ ਉਹ ਵੀ I mean, is a very small thing for us, क्योंकि ਜਿਹੜੇ on ground ਕਰ ਰਹੇ ਨੇ, if you see them, ਮਤਲਬ ਮੇਰੇ ਲਈ ਇੱਕ ਕਿਉਂ ਦਾ ਆਨਸਰ ਬਹੁਤ ਵੱਡੀ ਇਨਸਪੀਰੇਸ਼ਨ ਹੈਗੇ ਨੇ ਜਿਹੜੇ ਜੀ ਡਾਕਟਰ ਵੀਰ ਜੀ ਹੈਗੇ ਨੇ, who is secretary of the organization as ਡਾਕਟਰ well, who is ਦਵਿੰਦਰ ਵੀਰ ਜੀ, actually taking, ਰਾਈਟ, ਹਾਂਜੀ ਡਾਕਟਰ ਹਾਂਜੀ ਦਵਿੰਦਰ ਸਿੰਘ ਜੀ। ਤੇ ਜੀ ਜੀ ਉਹਨਾਂ ਨਾਲ ਜਦ ਪਰਸਨਲ ਇੰਟਰੈਕਸ਼ਨ ਹੋਈ, ਹੀ ਸੈਡ ਕਿ ਬਈ ਮਤਲਬ ਮੈਂ ਕਾਫੀ ਕੁਐਸਚਨਸ ਪੁੱਛਦਾ ਸੀਗਾ। I had kind of couple of walks with him ਬੜੂ ਸਾਹਿਬ ਵਿੱਚ ਹੀ, ਤੇ ਪੁੱਛਿਆ ਕਿ ਬਈ ਮੈਨੂੰ ਨਾ ਸਮਝ ਨਹੀਂ ਆਉਂਦੀ what should I do in my life, and then he just turned once and ਕਹਿੰਦੇ ਕਿ ਬਈ ਬੇਟਾ just define ਕਿ ਤੇਰੀ ਲਾਈਫ ਦਾ ਏਮ ਕੀ ਹੈ, and if you define the aim properly then you know which path you want to walk। ਤੇ ਜੀ ਉਹ ਜਿਹੜਾ ਏਮ ਹੈ ਨਾ, ਉਹ ਕਾਫੀ ਕਲੀਅਰਲੀ ਬਾਬਾ ਜੀ ਨੇ ਐਕਸਪਲੇਨ ਕੀਤਾ ਕਿ ਕਾਲ ਖਾਏ ਕੇ ਛੱਤੋ ਦੇ, ਔਰ ਉਹ ਜਿਹੜੇ ਪ੍ਰਿੰਸੀਪਲਸ ਉਹਨਾਂ ਤੋਂ ਮਿਲੇ, ਸੋ ਦੇ ਵਰ ਇਨਫ ਟੂ ਟ੍ਰਿਗਰ ਇਨਸਾਈਡ ਯੂ ਕਿ ਆਪਾਂ ਇਸ ਕੰਟਰੀਬਿਊਸ਼ਨਸ ਇਸ ਕਾਜ਼ ਵੱਲ ਫੁੱਲੀ ਡੈਡੀਕੇਟਡਲੀ ਯਾ ਵਰਕਆਊਟ ਕਰਨਾ ਹੈ। ਕਿਸ ਤਰ੍ਹਾਂ ਜੁੜਿਆ, ਜੀ ਜੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਪੇਰੈਂਟਸ ਦੇ ਥਰੂ, ਮਤਲਬ ਪੇਰੈਂਟਸ ਓਰੀਜਨਲੀ ਜਾਂਦੇ ਸੀਗੇ, ਈਵਨ ਬਾਬਾ ਜੀ ਨੇ ਹੀ ਮੇਰੀ ਦਸਤਾਰ ਸਾਜਨਾ ਵੀ ਕੀਤੀ when I went to 8th grade। ਤੇ ਪਰ ਕੁਝ ਚੀਜ਼ਾਂ ਹੁੰਦੀਆਂ ਨੇ, when you grow up you become more intellectual and you start questioning the things ਕਿ ਨਹੀਂ ਇਹ ਗਲਤ ਹੋ ਰਿਹਾ, ਨਹੀਂ ਇਹ ਠੀਕ ਹੋ ਰਿਹਾ, but when you look around the things ਕਿ ਕਿਸ ਲੈਵਲ ਤੇ ਹੋ ਰਿਹਾ ਹੈ, it's like such a massive scale, I think is the largest change in the world ਜਿਹੜੀ ਇਹ ਜੀ ਆਰਗੇਨਾਈਜੇਸ਼ਨ ਕਰ ਰਹੀ ਹੈ, ਤੇ ਕਿਸ ਤਰ੍ਹਾਂ ਉਹ ਲਾਈਫ ਚੇਂਜਸ ਆ ਰਹੇ ਨੇ, ਤੇ ਉਹ ਚੀਜ਼ ਫਿਰ ਆਪੇ ਸਾਰੇ ਡਾਊਟਸ ਕਲੀਅਰ ਕਰ ਦਿੰਦੀ ਹੈ। ਤੇ ਫਿਰ ਕੈਨੇਡਾ ਆ ਕੇ ਅਰਾਊਂਡ I could actually interact with many of my friends here ਜਿਹੜੇ ਨਵੇਂ ਬਣੇ, ਬਹੁਤ ਸਾਰੇ ਜੀ ਸੰਗਤ ਵਿੱਚੋਂ ਡੋਨਰਸ ਬਣੇ, ਇੱਕ ਮੇਰੇ ਰੀਅਲਟਰਸ ਹਨ, ਇੱਕ ਮੇਰੇ 올ਡ ਸਕੂਲ ਦੇ ਫਰੈਂਡ, ਇੱਕ ਮਤਲਬ ਇਸ ਤਰ੍ਹਾਂ ਸਰਕਲਸ ਜੀ ਵਿੱਚ ਕਾਫੀ ਸਾਰੇ ਨੇ ਜਿਨ੍ਹਾਂ ਨੇ ਫਿਰ ਹੋਰ ਹਾਰਟedly ਆਰਗੇਨਾਈਜੇਸ਼ਨ ਵਿੱਚ ਮਤਲਬ ਕੰਟਰੀਬਿਊਟ ਕੀਤਾ, ਕਾਫੀ ਸਾਰੇ ਸਟੂਡੈਂਟ ਕੀਤਾ ਸਪਾਂਸਰ ਕੀਤੇ, ਤੇ ਇਟਸ ਸ਼ੋਰ ਲਾਈਕ ਸ਼ੋਰ ਜੀ ਪ੍ਰਪ੍ਰੀਤ ਜੀ, ਸਾਨੂੰ ਸਭ ਤੋਂ ਪਹਿਲਾਂ ਤਾਂ ਦੇਖ ਕੇ ਬਹੁਤ ਖੁਸ਼ੀ ਮਿਲਦੀ ਹੈ that you are so young, ਔਰ ਯੂਥ ਨੂੰ ਇਸ ਵੇਲੇ ਮੈਂ ਕਹਿ ਸਕਦੀ ਹਾਂ ਕਿ ਜੇ ਇੱਕ ਜਨਰੇਸ਼ਨ ਜਿਹੜੀ ਹੈ ਉਹ ਸੰਭਾਲ ਸਕਦੀ ਹੈ ਅੱਜ ਦੇ ਪੰਜਾਬ ਨੂੰ। ਜਦੋਂ ਅਸੀਂ ਗੱਲ ਕਰਦੇ ਹਾਂ, ਭਾਵੇਂ ਅਸੀਂ ਕਿਤੇ ਵੀ ਬੈਠੇ ਹੋਈਏ, ਸਾਡਾ ਦਿਲ ਤਾਂ ਪੰਜਾਬ ਦੇ ਵਿੱਚ ਹੀ ਵਸਦਾ ਹੈ, ਉੱਥੇ ਹੀ ਧੜਕਦਾ ਹੈ। ਔਰ ਹਰ ਜਿਹੜੇ ਮੈਂ ਕਹਿੰਦੀ ਹਾਂ ਜਿਹੜੇ ਵੀ ਆਪਣੇ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਨੇ, ਅੱਜ ਵੀ ਉਹ ਫੀਲ ਕਰਦੇ ਨੇ ਆਪਣੇ ਪੰਜਾਬ ਦੇ ਲਈ, ਭਾਵੇਂ ਉੱਥੇ ਜਦੋਂ ਕੋਈ ਅਸੀਂ ਸੁਣਦੇ ਹਾਂ, ਕੋਈ ਵੀ ਖਬਰ ਆਉਂਦੀ ਹੈ, ਚਾਹੇ ਉਹ ਡਰੱਗਸ ਬਾਰੇ ਖਬਰ ਹੋਵੇ, ਚਾਹੇ ਐਲਕੋਹਲ ਬਾਰੇ ਖਬਰ ਹੋਵੇ, ਐਲਕੋਹਲ ਅਬਿਊਜ਼ ਬਾਰੇ ਖਬਰ ਹੋਵੇ, ਆਪਣੇ ਪਿੰਡਾਂ ਚੋਂ ਕੋਈ ਵੀ ਉਹਨਾਂ ਨੂੰ ਇਹੋ ਜਿਹੀ ਖਬਰ ਜਿਹੜੀ ਸੁਣਨ ਨੂੰ ਮਿਲਦੀ ਹੈ, ਤਾਂ ਮਨ ਜਿਹੜਾ ਉਹ ਉਦਾਸ ਹੁੰਦਾ ਹੈ। ਉਹ ਸੋਚਦੇ ਆ, ਜਾਂ ਅਸੀਂ ਸੋਚਦੇ ਆ ਕਿ ਅਸੀਂ ਕੀ ਕਰ ਸਕਦੇ ਹਾਂ, ਕਿੱਦਾਂ ਅਸੀਂ ਚੇਂਜ ਲਿਆ ਸਕਦੇ ਸੀਗੇ, ਕੀ ਕਰ ਸਕਦੇ ਸੀਗੇ। ਬਟ ਤੁਸੀਂ ਸਟਾਰਟਿੰਗ ਦੇ ਵਿੱਚ ਮੈਂਸ਼ਨ ਕੀਤਾ ਕਿ ਆਈ ਥਿੰਕ ਦਿਸ ਇਜ਼ ਦ ਟਾਈਮ, ਕਿ ਦਿਸ ਇਜ਼ ਦ ਰਾਈਟ ਓਪਰਚੁਨਿਟੀ, ਕਿ ਜਦੋਂ ਤੁਸੀਂ 129 ਅਕਾਲ ਅਕੈਡਮੀਜ਼ ਜਿਹੜੀਆਂ ਕਿ ਰਿਮੋਟ ਪੰਜਾਬ ਦੇ ਰਿਮੋਟ ਏਰੀਆਜ਼ ਦੇ ਵਿੱਚ, ਰੂਰਲ ਏਰੀਆਜ਼ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਅਕੈਡਮੀਜ਼ ਬਣੀਆਂ ਹੋਈਆਂ ਨੇ। ਔਰ ਮੈਨੂੰ ਇੱਕ ਗੱਲ ਯਾਦ ਆਉਂਦੀ ਆ, ਅੱਜ ਤੋਂ 7-8 ਸਾਲ ਪਹਿਲੇ ਪੰਜਾਬ ਦਾ ਜਿਹੜੇ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਸੀਗਾ ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ, ਐਂਡ ਬਹੁਤ ਹੀ ਰੂਰਲ ਏਰੀਆ ਸੀ, ਜਿੱਤੇ ਵਿੱਚ ਮੈਂ ਦੇਖਿਆ ਕਿ ਸਰਕਾਰੀ ਸਕੂਲ ਸੀਗਾ, ਔਰ ਸਰਕਾਰੀ ਸਕੂਲ ਬਿਲਕੁਲ ਖਾਲੀ ਪਿਆ, ਨੋਬਡੀ। ਟਾਈਮ ਵੱਜਿਆ ਸੀਗਾ ਕੋਈ 10 ਵਜੇ ਸਵੇਰ ਦੇ, ਐਂਡ ਕੋਈ ਵੀ ਬੱਚਾ ਉਹ ਸਕੂਲ ਦੇ ਵਿੱਚ ਨਹੀਂ ਜਾ ਰਿਹਾ ਸੀ, ਔਰ ਨਹੀਂ ਸੀ, ਖਾਲੀ ਸੀਗਾ,
2-3 ਬੱਚੇ ਮੈਂ ਆਉਂਦੇ ਜਾਂਦੇ ਦੇਖੇ ਤਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਇਹ ਸਕੂਲ ਦੇ ਵਿੱਚ ਕੋਈ ਬੱਚਾ ਪੜ੍ਹਦਾ ਨਹੀਂ ਜਾਂ ਤੁਸੀਂ ਕੋਈ ਟੀਚਰ ਹੈ ਨਹੀਂ? ਕਹਿੰਦੇ ਟੀਚਰ ਹੀ ਹੈ ਨਹੀਂਗੇ, ਟੀਚਰ ਕਿੱਦਾਂ ਆਉਣਗੇ? ਤੇ ਜਿਹੜੇ ਵੀ ਪੰਜਾਬ ਉਸ ਪਿੰਡ ਦੇ ਆਲੇ ਦੁਆਲੇ ਜਿਹੜੇ ਬੱਚੇ ਸੀਗੇ ਉਹ ਕਹਿੰਦੇ ਅਸੀਂ ਕਿੱਦਾਂ ਪਹੁੰਚਾਂਗੇ? ਸੋ ਜਿਹੜੇ ਸਰਕਾਰੀ ਸਕੂਲਾਂ ਦਾ ਹਾਲ ਇਸ ਤਰ੍ਹਾਂ ਦਾ ਸੀਗਾ। ਤੋ ਜਿਹੜੀਆਂ ਅਕਾਲ ਅਕੈਡਮੀਜ਼ ਨੇ ਉਹ ਤਾਂ ਪ੍ਰਾਈਵੇਟ ਸਕੂਲਸ ਨੂੰ, ਸ਼ਹਿਰੀ ਸਕੂਲਾਂ ਨੂੰ ਜਿਹੜੀਆਂ ਨੇ ਉਹ ਮਾਤ ਦੇ ਰਹੀਆਂ ਨੇ ਔਰ ਉਸ ਦੇ ਟੱਕਰ ਦੇ ਵਿੱਚ ਲੱਗੀਆਂ ਹੋਈਆਂ ਨੇ। ਇਸ ਕਰਕੇ ਸਾਨੂੰ ਜਾਗਣ ਦੀ ਲੋੜ ਹੈ ਕਿ ਵੇਅਰ ਡੂ ਵੀ ਵਾਂਟ ਟੂ ਇਨਵੈਸਟ, ਵੇਅਰ ਡੂ ਵੀ ਵਾਂਟ ਟੂ ਪੁੱਟ ਆਰ ਐਨਰਜੀ, ਆਰ ਦਸਵੰਤ, ਆਰ ਟਾਈਮ, ਆਰ ਡੋਨੇਸ਼ਨ। ਐਂਡ ਆਈ ਥਿੰਕ ਬ੍ਰੇਕ ਤੋਂ ਬਾਅਦ ਜਦੋਂ ਅਸੀਂ ਵਾਪਸ ਆਵਾਂਗੇ ਅਸੀਂ ਇਸ ਚਰਚਾ ਨੂੰ, ਇਸ ਵਿਸ਼ਾ ਨੂੰ ਕਿ ਪੰਜਾਬ ਦੇ ਕੀ ਹਾਲਾਤ ਨੇ ਔਰ ਬੜੂ ਸਾਹਿਬ ਅਕਾਲ ਅਕੈਡਮੀ ਕਿਸ ਤਰ੍ਹਾਂ ਬਦਲ ਰਹੀ ਹੈ ਇਸ ਦੇ ਬਾਰੇ ਗੱਲ ਕਰਾਂਗੇ। ਫਿਲਹਾਲ ਇੱਕ ਛੋਟਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਬੜੂ ਸਾਹਿਬ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਔਰ ਜਿਸ ਤਰ੍ਹਾਂ ਤੁਸੀਂ ਇਸੇ ਤਰ੍ਹਾਂ ਜਿਹੜੀਆਂ ਕਾਲਸ ਹੈ ਉਹ ਕਰਦੇ ਰਹੋ ਔਰ ਜਿਸ ਤਰ੍ਹਾਂ ਮੁਕਤਾ ਭੈਣ ਜੀ ਨੇ ਥੋੜੇ ਟਾਈਮ ਪਹਿਲੇ ਦੱਸਿਆ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਕਾਲਸ ਨੇ ਔਰ ਟੈਕਸਟ ਨੇ ਉਹ ਲੋਕਾਂ ਦੇ ਆ ਰਹੇ ਨੇ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਆਪਣਾ ਸਿਲਸਿਲਾ ਕਾਲਸ ਦਾ ਔਰ ਮੈਸੇजेस ਦਾ ਰੋਕਣਾ ਨਹੀਂ ਹੈ। ਆਈ ਥਿੰਕ ਇਟਸ ਟਾਈਮ ਦੈਟ ਵੀ ਅੰਡਰਸਟੈਂਡ ਕਿ ਕਿਉਂ ਇਸ ਪ੍ਰੋਗਰਾਮ ਨੂੰ ਕੀਤਾ ਜਾ ਰਿਹਾ ਹੈ। ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਇਹ ਜਿਹੜੀਆਂ ਸੈਮੀਨਾਰਸ ਲੱਗਦੇ ਹੁੰਦੇ ਸੀ ਗੁਰਦੁਆਰਿਆਂ ਦੇ ਵਿੱਚ, ਜਿੱਥੇ ਜਾ ਕੇ ਇਹ ਆਰਗੇਨਾਈਜੇਸ਼ਨ, ਇਹ ਟਰਸਟ ਦੇ ਜਿਹੜੇ ਵॉलंटियर ਸੀਗੇ ਇਹ ਆਪਣੀ ਆਪਣੀ ਗੱਲ ਜਾਂ ਆਪਣੇ ਜਿਸ ਤਰੀਕੇ ਨਾਲ ਜਾਗਰੂਕਤਾ ਪੈਦਾ ਕਰਨੀ ਹੈ ਇਸ ਅਧਾਰੇ ਬਾਰੇ ਉਹ ਕਰ ਰਹੇ ਸੀਗੇ। ਬਟ ਬਿਕੋਜ਼ ਕੋਵਿਡ ਦੇ ਕਰਕੇ, ਪੈਂਡੇਮਿਕ ਕਰਕੇ, ਲੋਕਡਾਊਨ ਕਰਕੇ, ਰਿਸਟ੍ਰਿਕਸ਼ਨਸ ਕਰਕੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਤਰ੍ਹਾਂ ਦਾ ਇਕੱਠ ਨਹੀਂ ਇਕੱਠਾ ਕਰ ਪਾ ਰਹੇ। ਇਸੇ ਕਰਕੇ ਅਸੀਂ ਤੁਹਾਡੇ ਤੱਕ ਇਸ ਚੈਨਲ ਦੇ ਰਾਹੀਂ ਗੁਹਾਰ ਜਿਹੜੀ ਹੈ ਉਹ ਲਾ ਰਹੇ ਹਾਂ ਕਿ ਤੁਸੀਂ ਇਸ ਅਦਾਰੇ ਨੂੰ ਐਟਲੀਸਟ ਜਾਣੋ, ਸਮਝੋ ਔਰ ਉਸ ਤੋਂ ਬਾਅਦ ਜੇ ਤੁਹਾਨੂੰ ਚੰਗਾ ਲੱਗੇ ਤਾਂ ਪਲੀਜ਼ ਇਸ ਦੇ ਨਾਲ ਜੁੜੋ, ਕਿਸੇ ਵੀ ਤਰੀਕੇ ਦੇ ਨਾਲ ਕੰਟਰੀਬਿਊਟ ਕਰ ਸਕਦੇ ਹੋ। $50 a month is nothing to contribute. So call now and ਗੱਲ ਕਰਦੇ ਆ, ਇੱਕ ਵਾਰੀ ਮੁੜ ਕੇ ਆਉਂਦੇ ਆ ਅਸੀਂ ਹਰਪ੍ਰੀਤ ਵੀਰ ਜੀ ਕੋਲ, ਜਿਹੜੇ ਕਿ ਕੈਲਗਰੀ ਕੈਨੇਡਾ ਦੇ ਵਿੱਚ ਬੈਠੇ ਹੋਏ ਨੇ ਔਰ ਇਸ ਕਾਰਜ ਨੂੰ ਸੰਭਾਲ ਰਹੇ ਨੇ। ਹਰਪ੍ਰੀਤ ਵੀਰ ਜੀ, ਵੀ ਵਰ ਟਾਕਿੰਗ ਅਬਾਊਟ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ, ਸਾਡਾ ਦਿਲ ਕਿਤੇ ਨਾ ਕਿਤੇ ਉੱਥੇ ਧੜਕਦਾ ਹੈ ਹਰ ਵਾਰੀ ਔਰ ਅਸੀਂ ਫੀਲ ਕਰਦੇ ਆ ਜੋ ਹਾਲਾਤ ਨੇ। ਅਕੈਡਮੀਜ਼ ਬਣੀਆਂ ਹੋਈਆਂ ਨੇ, ਰੂਰਲ ਜਗ੍ਹਾਵਾਂ ਤੇ ਬਣੀਆਂ ਹੋਈਆਂ ਨੇ। ਤੁਹਾਨੂੰ ਲੱਗਦਾ ਹੈ ਕਿ ਜੇ ਉਹ ਅਕੈਡਮੀਜ਼ ਉੱਥੇ ਨਾ ਹੋਣ ਔਰ ਉੱਥੇ ਬੱਚੇ ਨਾ ਪੜਨ ਤਾਂ ਉਹ ਜਿਹੜੇ ਬੱਚੇ ਨੇ ਉਹ ਵੀ ਰੁੱਲ ਜਾਣਗੇ, ਜਾਂ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਮੈਨੇਜ ਹੋ ਜਾਏਗਾ, ਜੇ ਅਕੈਡਮੀ ਨਾ ਵੀ ਹੋਵੇ ਤਾਂ ਵੀ ਜਿਹੜੀ ਹੈ ਬੱਚੇ ਜਿਹੜੇ ਨੇ ਉਹ ਠੀਕ ਹੋਣਗੇ? What do you think? I know, but we need a logical reason behind it. ਭੈਣ ਜੀ, ਇਹਦਾ ਇੰਪੈਕਟ ਜਿਹੜਾ ਅਕੈਡਮੀਜ਼ ਦਾ ਹੈਗਾ, it affects, it's memorized by people ਜਿਹੜੇ ਉੱਥੇ ਅਟੈਂਡ ਕਰਦੇ ਅਕੈਡਮੀਜ਼ in many different steps. ਇਹਦਾ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ has these academies been not there, ਜਿਹੜੇ ਪੰਜਾਬ ਦੇ ਵਿੱਚ ਅਗੇਨ ਜਿਹੜੇ ਅਟੈਂਡੀਜ਼ ਹੈਗੇ, ਬੱਚੇ ਅਟੈਂਡ ਕਰਦੇ ਹੈਗੇ ਆ ਅਕੈਡਮੀਜ਼, ਉਹ ਨਿਤਨੇਮ ਨਾਲ ਜੁੜ ਰਹੇ ਹੈ। ਜੇ ਉਹ ਚੀਜ਼ ਇੱਕ ਮਿਸਿੰਗ ਹੋ ਜੇ, ਇੱਕ ਸਕੈਜੂਲ ਵੱਲੋਂ ਉਹਨਾਂ ਨੂੰ ਮਿਲਦੀ ਹੈ ਐਂਡ ਦੇ ਹੈਵ ਟੂ ਡੂ ਇਟ, ਉਹ ਅਗੇਨ ਇਨ ਮੈਨੀ ਟੀਅਰਸ ਕਿਤੇ ਉਹਨਾਂ ਦੀ ਲਾਈਫ ਵਿੱਚ ਜਾ ਕੇ ਗ੍ਰੇਡ 6 ਦੀ ਟੀਚਰ, ਗ੍ਰੇਡ 6 ਦਾ ਆਪਾਂ ਨੂੰ ਕੋਈ ਨਾ ਕੋਈ ਅਕੈਡਮਿਕਲੀ ਪੜ੍ਹਾਉਣ ਵਾਲਾ, ਲੈਬੋਰੇਟਰੀ ਵਾਲਾ, ਕੁਛ ਨਾ ਕੁਛ ਆਪਣੇ ਦਿਮਾਗ 'ਚ ਆਪਣੇ ਵਿੱਚ ਵੀ ਇਮੇਜ ਹੁੰਦੀ ਹੈ। ਸੇਮ ਇਮੇਜ ਉਹ ਵੀ ਕੈਰੀ ਕਰਦੇ ਆ ਜੀ। ਐਂਡ ਜਿਹੜੀ ਗੱਲ ਹੈ ਟਰਨ ਅਰਾਊਂਡ ਹੋਣਾ, ਕਈ ਵਾਰੀ ਹਰੇਕ ਦੀ ਲਾਈਫ ਐਟ ਸਰਟਨ ਸਟੇਜਸ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ। ਐਂਡ ਅਗੇਨ ਜੇ ਇਹ ਅਕੈਡਮੀ, ਇਹ ਅਦਾਰੇ ਨਾ ਹੋਣ, ਉਹ ਵੀ ਰੂਰਲ ਪੰਜਾਬ ਦੇ ਵਿੱਚ, ਜਿਹੜੀ ਉਹ ਚੀਜ਼ ਇਗਨਾਈਟ ਹੋਣੀ ਹੈ, ਜਿਹੜੇ ਐਕਸਪੀਰੀਅੰਸਿਸ ਉਹਨਾਂ ਨੇ ਉੱਥੋਂ ਗੇਨ ਕਰਨੇ ਆ ਜਾ ਕੇ ਜੀ, ਜਿਹਦਾ ਐਕਸ਼ਨ ਕੁਡ ਬੀ ਇਨ ਫੋਲੋਇੰਗ ਈਅਰਸ। ਐਂਡ ਉਹਦੀ ਮਨੁੱਖਤਾ ਦੇ ਜੀਵਨ, ਉਹਨੇ ਅੱਗੇ ਜਦੋਂ ਦੱਸਿਆ ਕਿ ਸਾਡੇ ਟਾਈਮ ਇਹ ਹੁੰਦਾ ਸੀਗਾ, ਐਂਡ ਦਿਸ ਥਿੰਗ ਕੈਰੀਜ਼ ਔਨ decades after decades. ਇੱਕ ਤਾਂ ਇਹ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੂੰਗਾ, then this would have totally missed out, ਜਿਹਦਾ ਆਪਾਂ ਨੂੰ ਰਿਜ਼ਲਟ
ਸਪੌਂਟੇਨੀਅਸਲੀ ਅਕੈਡਮਿਕ ਈਅਰ ਦੇ ਵਿੱਚ ਮਿਲ ਜਾਂਦਾ ਹੈ, ਬਟ ਜਿਹੜਾ ਬੰਦੇ ਦੇ ਹੂੰ। ਅੰਦਰ ਚੇਂਜ ਆਉਂਦੀ ਹੈ, it takes years for him to express how he got benefited from this particular academy being in this rural area. Had ਰਾਈਟ। it not been there, ਤੇ ਉਹ ਚੀਜ਼ totally miss out ਹੋਣੀ ਸੀਗੀ ਜੀ, for sure. ਸ਼ੋਰ। ਗੁਰਪ੍ਰੀਤ ਵੀਰ ਜੀ, ਤੁਹਾਡੇ ਨਾਲ ਪੁੱਛਣਾ ਚਾਹਾਂਗੀ ਕਿ ਜਿਹੜੇ ਬੱਚੇ ਨਿਤਨੇਮ ਕਰਦੇ ਨੇ, ਇੱਕ ਰੂਟੀਨ ਬਣਦਾ ਹੈ, ਇੱਕ ਸਕੇਡਿਊਲ ਬਣਦਾ ਹੈ, ਤੇ ਉਹ ਬੱਚੇ ਕਹਿੰਦੇ ਨੇ ਵੈਲਿਊ ਬੇਸਡ ਐਜੂਕੇਸ਼ਨ ਹੈ। ਸੋ ਤੁਹਾਨੂੰ ਕੀ ਲੱਗਦਾ ਹੈ ਗੁਰਪ੍ਰੀਤ ਵੀਰ ਜੀ, that why is it important at this age and stage ਕਿ ਵੈਲਿਊ ਬੇਸਡ ਐਜੂਕੇਸ਼ਨ ਹੋਣੀ ਚਾਹੀਦੀ ਹੈ? ਅਸੀਂ ਕਈ ਵਾਰੀ ਉਸ ਡਿਸਪਲਿਨ ਦੇ ਵਿੱਚ ਨਹੀਂ ਰਹਿ ਪਾਉਂਦੇ ਜਿਹੜੇ ਬੱਚਿਆਂ ਨੂੰ ਅਸੀਂ ਪੜ੍ਹਾਉਣਾ ਚਾਹੁੰਦੇ ਆ। ਅਸੀਂ ਆਪਣੀ ਦੁਨਿਆਵੀ ਵਿੱਦਿਆ ਤੇ ਉਹਨਾਂ ਨੂੰ ਦੇ ਦਿੰਦੇ ਆ, ਪਰ ਜਿਹੜੀ ਅਧਿਆਤਮਕ ਵਿੱਦਿਆ ਹੈ ਉਹ ਤੋਂ ਕਿਤੇ ਨਾ ਕਿਤੇ ਉਹ ਡਿਸਪਲਿਨ ਦੇ ਵਿੱਚ ਰਹਿ ਜਾਂਦੇ। ਕਈ ਵਾਰੀ ਸਾਨੂੰ ਵੀ ਬਹੁਤ ਸਟਰਗਲ ਆਉਂਦੀ ਹੈ ਐਜ਼ ਅ ਮਦਰ, ਆਈ ਕੈਨ ਟੈਲ ਯੂ, ਕਿ ਜਦੋਂ ਬੱਚੇ ਨੂੰ ਪਾਠ ਕਰਾਉਣ ਬੈਠੋ, ਹਜੇ ਤਾਂ ਛੋਟਾ ਹੈ ਬੱਚਾ, ਬਟ ਉਹਨੂੰ ਜਦੋਂ ਪਾਠ ਕਰਾਉਣ ਬੈਠੋ ਇੱਕੋ ਹੀ ਚੀਜ਼ ਰੋਜ਼-ਰੋਜ਼ ਰਿਪੀਟ ਕਰਾਓ, ਕਈ ਵਾਰੀ ਡਿਸਪਲਿਨ ਤੋਂ it's very difficult to discipline the child ਉਸ ਮਾਮਲੇ ਦੇ ਵਿੱਚ। ਸੋ ਆਈ ਥਿੰਕ ਇਟਸ ਇਨਕ੍ਰੈਡੀਬਲ ਜੇ ਉਸ ਤਰੀਕੇ ਦਾ ਨਿਯਮ ਬਣ ਸਕੇ ਔਰ ਪੂਰੇ ਇੱਕ ਸੈਟ ਸਿਸਟਮ ਬਣ ਸਕੇ, ਜੋ ਕਿ ਕਰਨਾ ਬਹੁਤ ਮੁਸ਼ਕਿਲ ਹੈ। ਐਂਡ ਜਿਹੜੇ ਮੇਰੇ ਕੈਮਰਾਮੈਨ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੀ ਜੇ ਉਹ ਗੁਰਪ੍ਰੀਤ ਵੀਰ ਜੀ ਵੱਲ ਸਵਿਚ ਕਰ ਸਕਣ, ਕਿਉਂਕਿ ਸਵਾਲ ਉਹਨਾਂ ਨੂੰ ਸੀਗਾ। ਸੋ ਐਂਡ ਜੇ ਨਹੀਂ ਕਰ ਰਹੇ ਤਾਂ ਗੁਰਪ੍ਰੀਤ ਵੀਰ ਜੀ, ਯੂ ਕੈਨ ਗੋ ਹੈਡ ਐਂਡ ਆਸਕ the question. You can answer the question. Okay, I think ਹਾਂਜੀ ਭੈਣ ਜੀ, Harpreet Virji, I think you'll only ਹਾਂਜੀ have to take it. ਹਾਂਜੀ, Hanji. I'll take it, Ji, and I'll make it Hanji. in a little different direction. ਜਿਹੜੀ ਚੀਜ਼ ਨਿਤਨੇਮ ਦਾ ਮਿਸ ਆਊਟ ਹੋਣਾ, ਜਾਂ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਬੱਚਿਆਂ ਦੀ ਲਾਈਫ ਵਿੱਚ ਇਹ ਚੀਜ਼ਾਂ ਕਿਵੇਂ ਇੰਪੈਕਟ ਕਰਦੀਆਂ ਹੈ, ਇਹਦੇ ਬਾਰੇ ਭੈਣ ਜੀ ਵੀ ਆਲ ਆਰ ਐਜੂਕੇਟਡ, ਵੀ ਆਲ ਇੱਥੇ ਆ ਕੇ ਆਪਾਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ। ਆਈ ਗੈਸ ਅਨਡਾਊਟਡਲੀ ਇਹ ਚੀਜ਼ਾਂ ਬੱਚੇ ਦੇ ਮਨ ਦੇ ਵਿੱਚ ਇੱਕ ਲੇਅਰ ਬਾਈ ਲੇਅਰ ਅੰਦਰ ਆ ਜਾਂਦੀਆਂ, ਐਂਡ ਸਪੌਂਟੇਨੀਅਸਲੀ ਜਦੋਂ ਉਹ ਟਾਈਮ ਆਉਂਦਾ ਹੈਗਾ, ਉਹ ਉਸ ਵੱਲ ਉਹਦੀ ਅਟਰੈਕਸ਼ਨ ਜਾਂ ਉਹਦੀ ਉਸ ਵੱਲ ਝੁਕਾਵ ਜਾਂ ਉਹਨੂੰ ਅਡਾਪਟ ਕਰਨਾ, ਮਨੋ ਅਡਾਪਟ ਕਰਨਾ ਬਿਕਮਸ irresistible. ਸੋ ਉਹ ਚੀਜ਼ ਉਹਦੇ ਜੀਵਨ ਵਿੱਚ ਸਦਾ ਲਈ ਹੀ ਸਿੰਕ ਇਨ ਹੋ ਜਾਂਦੀ ਹੈ ਜੀ। ਸੋ ਇਨ ਅਦਰ ਵਰਡਸ, ਬਟ ਗੱਲ ਇਹ ਹੈ ਨਾ ਕਿ ਉਹ ਸਿਸਟਮ ਦੇ ਵਿੱਚ ਬਿਠਾਣਾ ਜ਼ਰੂਰੀ ਹੈ ਨਾ, ਉਹ ਡਿਸਪਲਿਨ ਦੇ ਵਿੱਚ ਪਾਣਾ ਜ਼ਰੂਰੀ ਹੈ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਕਈ ਵਾਰੀ ਕੋਸ਼ਿਸ਼ ਤਾਂ ਕਰਦਾ ਹੈ, ਹਰ ਪੈਰੈਂਟ ਕੋਸ਼ਿਸ਼ ਕਰਦਾ ਹੈ, ਹਰ ਆਈ ਥਿੰਕ ਹਰ ਮਾਂ ਬਾਪ ਚਾਹੁੰਦਾ ਹੈ ਕਿ ਸਾਡੇ ਬੱਚੇ ਜਿਹੜੇ ਨੇ ਉਹ ਗੁਰਬਾਣੀ ਦੇ ਨਾਲ ਜੁੜਨ, ਗੁਰੂ ਵਾਲੇ ਬਣਨ ਔਰ ਪਾਠ ਕਰਨ, ਇੱਕ ਨਿਯਮ ਦੇ ਉੱਤੇ ਚੱਲਣ। ਬਟ ਜਿਸ ਤਰੀਕੇ ਦਾ ਤੁਸੀਂ ਦੱਸ ਰਹੇ ਹੋ ਕਿ ਸਵੇਰੇ ਉੱਠ ਕੇ ਜਿਹੜਾ 70,000 ਬੱਚਾ ਹੈ ਉਹ ਪਹਿਲਾਂ ਨਿਤਨੇਮ ਦਾ ਪਾਠ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜੀ ਦੁਨਿਆਵੀ ਵਿੱਦਿਆ ਉਹ ਲੈਣ ਲਈ ਜਾਂਦੇ ਨੇ। ਸੋ ਆਈ ਥਿੰਕ ਇੱਕ ਬਹੁਤ ਹੀ ਅਲੌਕਿਕ ਨਜ਼ਾਰਾ ਔਰ ਅਲੌਕਿਕ ਜੀ ਚੀਜ਼ ਹੈ, ਇਨਕ੍ਰੈਡੀਬਲ ਚੀਜ਼ ਹੈ, ਜਿਹੜੀ ਕਿ ਮੈਨੂੰ ਵੀ ਇੱਕ ਤਰੀਕੇ ਦੇ ਨਾਲ ਇਨਸਪਾਇਰ ਕਰਦੀ ਹੈ। ਸੋ ਪ੍ਰਪ੍ਰੀਤ ਜੀ, ਆਈ ਵੁੱਡ ਲਾਈਕ ਟੂ ਆਸਕ ਯੂ, ਕਿਉਂਕਿ ਤੁਸੀਂ you are associated and ਜਿਹੜੀ ਉਹ ਸ਼ਖਸੀਅਤ ਜਿਸਨੇ ਇਸ ਦਾ ਬੂਟਾ ਨੂੰ ਅੱਗੇ ਵਧਾਇਆ, ਬਾਬਾ ਇਕਬਾਲ ਸਿੰਘ ਜੀ, ਜਿਹੜੇ ਕਿ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਇਸ ਦੀ ਵਿਜ਼ਨ ਨੂੰ ਐਗਜ਼ੀਕਿਊਟ ਕੀਤਾ। ਇੱਕ ਤਾਂ ਵਿਜ਼ਨ ਹੁੰਦੀ ਹੈ ਔਰ ਇੱਕ ਐਗਜ਼ੀਕਿਊਸ਼ਨ ਹੁੰਦੀ ਹੈ। ਸੋ ਤੁਸੀਂ ਉਹਨਾਂ ਦੇ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਹੋ ਔਰ as youth, what do you think, how do you think youth can contribute at this point of time? ਐਂਡ ਤੁਸੀਂ ਕਿਵੇਂ ਦੇਖਦੇ ਹੋ, ਜੇ ਤੁਸੀਂ ਹੋਵੋਗੇ ਤੁਸੀਂ ਕੀ ਕੀ ਕਰ ਰਹੇ ਹੋ ਜਾਂ ਕੀ ਕੀ ਕਰ ਸਕਦੇ ਹੋ ਔਰ ਕਿਸ ਤਰ੍ਹਾਂ ਹੋਰ ਯੂਥ ਨੂੰ ਇਨਸਪਾਇਰ ਕਰ ਸਕਦੇ ਹੋ? I mean, to answer this, I'll just share a single experience. ਮੇਰੇ ਆਫਿਸ ਵਿੱਚ ਇੱਕ colleague ਸੀਗੇ, ਦੇਬਸ਼ੀਸ਼ ਬੈਨਰਜੀ. You can understand, I think Banerjee, they are Bengali. ਬੰਗਾਲੀ ਨੇ ਜੀ ਜੀ ਰਾਈਟ। ਸੋ ਦੇਬਸ਼ੀਸ਼ ਬੈਨਰਜੀ ਨੂੰ ਮੈਂ ਅਪਰੋਚ ਕੀਤਾ, ਮੇਰੀ ਟੀਮ ਵਿੱਚ ਸੀਗੇ ਕੋਲੀਗ, ਤੇ ਮੈਂ ਉਹਨੂੰ ਬੋਲਿਆ ਕਿ ਇੱਦਾਂ ਇੱਦਾਂ ਵੀ ਆਰ ਵਰਕਿੰਗ ਫॉर ਅ ਕਾਜ਼ ਰੂਰਲ ਐਜੂਕੇਸ਼ਨ। ਸੇ ਉਹਨਾਂ ਨੇ ਬੋਲਿਆ ਕਿ ਮੈਨੂੰ ਚਲ ਠੀਕ ਹੈ, ਜਸਟ ਇਨ ਅ ਸਿੰਗਲ ਸ਼ਾਟ ਹੀ ਸੈਡ ਕਿ ਮੈਨੂੰ ਇੱਕ ਬੱਚਾ ਸਪਾਂਸਰ ਕਰਵਾ। ਕੁਝ ਟਾਈਮ ਬਾਅਦ ਜਦ ਉਹਨਾਂ ਨੇ ਬੱਚਾ ਸਪਾਂਸਰ ਕੀਤਾ ਤੇ ਆਈ ਗੋਟ ਅ ਕਾਲ ਫਰੋਮ ਬੜੂ ਸਾਹਿਬ ਐਡਮਿਨਿਸਟ੍ਰੇਸ਼ਨ ਕਿ ਦੇਬਸ਼ੀਸ਼ ਬੈਨਰਜੀ ਨੇ ਉਹਨਾਂ ਨੂੰ ਰੀਚ ਆਊਟ ਕੀਤਾ ਆਫਟਰ ਅ ਕਪਲ ਆਫ ਮੰਥਸ ਕਿ ਜਿਹੜਾ ਸਟੂਡੈਂਟ ਤੁਸੀਂ ਸਪਾਂਸਰ ਕੀਤਾ ਨਾ,
ਉਹਦੀ ਉਹਨਾਂ ਨੂੰ ਨਾ ਰੈਗੂਲਰ ਰਿਪੋਰਟਸ ਚਾਹੁੰਦੇ ਨੇ ਅਪਡੇਟ ਕੀ ਪਰਫਾਰਮ ਕਰ ਰਿਹਾ ਵੀ ਇਹਦੇ ਮਾਰਕਸ ਕਿਉਂ ਘੱਟ ਆਏ ਨੇ ਇਹਨੂੰ ਕੋਈ ਐਡੀਸ਼ਨਲ ਟਿਊਸ਼ਨ ਦੀ ਲੋੜ ਹੈ I'm gonna pay more for that but I need this child to be as good as like the kind of education I'm giving to my own kids so ਕਿੰਨੀ ਅਟੈਚਮੈਂਟ ਔਰ ਕਿਸ ਲੈਵਲ ਦਾ ਬੌਂਡ ਐਕਚੁਅਲੀ ਕ੍ਰੀਏਟ ਕਰ ਰਹੇ ਹੋ ਤੇ ਫਿਰ ਕੁਝ ਟਾਈਮ ਬਾਅਦ ਕਹਿੰਦੇ ਕਿ ਬਈ ਅੱਛਾ ਮਾਰਕਸ ਕਿਉਂ ਘਟਾਏ ਜੀ ਬੱਚਾ ਬਿਮਾਰ ਹੋ ਗਿਆ ਸੀ ਓਕੇ ਯੂ ਨੀਡ ਐਨੀਥਿੰਗ ਫॉर हिज ट्रीटमेंट क्योंकि मे बी पेरेंट्स पुअर फैमिली तो नहीं या जिस तरह भी फंड्स से काट कारण जिस तरह नहीं हैंडल करना आई एम गोना पे फॉर दैट फिर नेक्स्ट स्टेज थे आफ्टर अ मंथ he reaches them back and says ਇਹ ਬੱਚੇ ਨੂੰ ਮੇਰਾ ਮਨ ਹੈ ਮੈਂ ਸਕੇਟਸ ਭੇਜਾਂ ਮੈਨੂੰ ਦੱਸੋ ਕਿਹੜੇ ਐਡਰੈਸ ਤੇ ਭੇਜਾਂ ਕਿਉਂਕਿ ਮੈਂ ਆਪਣੀ ਕੁੜੀ ਨੂੰ ਐਕਚੁਅਲੀ ਸਕੇਟਸ ਲੈ ਕੇ ਦਿੱਤੇ ਨੇ ਐਂਡ ਉਹਨੇ ਸਕੇਟਿੰਗ ਸ਼ੁਰੂ ਕਰਨੀ ਹੈ ਸੋ ਆਈ ਵਾਂਟ ਕਿ ਜਿਹੜਾ ਮੇਰਾ ਉਹ ਬੱਚਾ ਹੈ see the level of bond he has ਕਿ ਜਿਵੇਂ ਮੇਰਾ ਆਪਣਾ ਜਾਇਆ ਬੱਚਾ ਹੈ I want to give the same level of facilities to a student ਜਿਹਨੂੰ ਮੈਂ ਅੱਗੇ ਆਪਣਾ ਸਪਾਂਸਰ ਕਰ ਰਿਹਾ ਹਾਂ ਸੋ ਮੇਰੇ ਲਈ ਉਹ ਲਿਟਰਲੀ ਬਹੁਤ ਵੱਡੀ ਇਨਸਪੀਰੇਸ਼ਨ ਸੀਗੀ ਕਿ ਬਈ ਕਿੰਨਾ ਪਿਆਰ ਹੈ ਔਰ ਕਿੰਨਾ ਧਿਆਨ ਜਿਵੇਂ ਆਪਾਂ ਆਪਣੇ ਬੱਚੇ ਦੀ ਐਜੂਕੇਸ਼ਨ ਰੱਖ ਰਹੇ ਹਾਂ ਉਵੇਂ ਜਿਹੜੇ ਪੰਜਾਬ 'ਚ ਅੰਡਰ ਪ੍ਰਿਵਿਲੇਜ ਜਿਹਨੂੰ ਆਪਾਂ ਸਪਾਂਸਰ ਕਰ ਰਹੇ ਹਾਂ ਸੋ ਫਰਸਟ ਥਿੰਗ ਇਜ਼ ਕਿ ਆਪ ਸਪਾਂਸਰ ਕਰ ਰਹੇ ਹੋ ਐਂਡ ਉਹਦੇ ਵਿੱਚ ਵੀ ਕੀ ਹੁੰਦਾ ਕਿ ਲਾਈਕ ਆਈ ਹੈਵ ਕਮ ਥਰੂ ਪੀਪਲ ਜਿਹੜੇ ਇੰਨੇ ਕੁਐਸਚਨਸ ਪੁੱਛਦੇ ਨੇ ਕਿ ਬਈ ਕਿੱਦਾਂ ਜਾਏਗਾ ਕਿੱਧਰ ਯੂਜ਼ ਹੋਏਗਾ I mean I respect those questions but I think the questions you become more clear when you go to the ground and you look into the things in reality so we need to have kind of a broader eyesight actually I would say to look into the things कि किस level ਤੇ ਹੋ ਰਹੀ ਹੈ and ਉਸ ਤੋਂ ਬਾਅਦ ਕਿੱਦਾਂ ਕਰਨਾ ਹੈ ਇੱਕ ਤਾਂ ਪਹਿਲਾਂ ਕਿ ਸਪਾਂਸਰ ਕਰਨਾ ਹੈ ਪਰ ਕਿੱਦਾਂ ਉਹਨਾਂ ਨੂੰ ਸਰਵ ਕਰਨਾ ਹੈ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਕਰਦੇ ਹਾਂ Absolutely, and Prafrit, Virji, very rightly puts this way. Conclusion ਦੇ ਵਿੱਚ ਥੋੜੀ ਬਹੁਤ ਗੱਲ ਕਰਾਂਗੇ, but right now, ਮੁਕਤਾ ਭੈਣ ਜੀ ਤੁਹਾਡੇ ਕੋਲ ਇੱਕ ਵਾਰੀ ਫੇਰ ਮੁੜ ਕੇ ਵਾਪਸ ਆਉਣੇ ਆ, and ਇੱਕ ਵਾਰੀ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਸ ਤਰ੍ਹਾਂ ਅਸੀਂ ਹਰ ਵਾਰੀ ਤੁਸੀਂ ਹਰ ਵਾਰੀ ਗੁਰਦੁਆਰਿਆਂ ਦੇ ਵਿੱਚ ਸੈਮੀਨਾਰ ਜਿਹੜੇ ਨੇ ਉਹ ਲਗਾਏ ਸੰਗਤ ਦਾ ਰਿਸਪੌਂਸ ਦੇਖਿਆ ਤੁਹਾਨੂੰ ਕੀ ਲੱਗਦਾ ਹੈ ਕਿ ਸੰਗਤ ਜਿਹੜੀ ਹੈ ਕਿ ਉਹ ਇਸ ਅਦਾਰੇ ਦੇ ਨਾਲ ਬਹੁਤ ਕਿੰਤੂ ਪਰੰਤੂ ਕਰਦੀ ਹੈ ਜਾਂ ਜਿਹੜੇ ਡੋਨਰਸ ਨੇ ਉਹ ਲੰਬੇ ਸਮੇਂ ਇੱਕ ਵਾਰੀ ਜੁੜ ਜਾਂਦੇ ਨੇ ਤੇ ਉਹ ਲੰਬੇ ਸਮੇਂ ਤੱਕ ਜੁੜੇ ਹੀ ਰਹਿੰਦੇ ਨੇ ਬੜਾ ਅੱਛਾ ਕੁਐਸਚਨ ਕੀਤਾ ਸੁਮਨ ਜੀ ਤੁਸੀਂ ਜਦੋਂ ਤੱਕ ਨਾ ਅਸੀਂ ਉਹੀ ਗੱਲ ਹੈ ਜਿਵੇਂ ਹੁਣੇ ਪ੍ਰਪ੍ਰੀਤ ਵੀਰ ਜੀ ਨੇ ਕਿਹਾ ਕਿ ਅਸੀਂ ਡੈਪਥ ਵਿੱਚ ਜਾ ਕੇ ਦੇਖੀਏ ਖੁਦ ਦੇਖੀਏ ਜਦੋਂ ਤੱਕ ਅਸੀਂ ਨਹੀਂ ਦੇਖਿਆ ਹੁੰਦਾ ਥੋੜਾ ਬਹੁਤ ਇੱਧਰੋਂ ਕੋਈ ਵੀਡੀਓ ਸੁਣ ਲਿਆ ਇੱਧਰੋਂ ਸੁਣ ਲਿਆ ਅਸੀਂ ਕਿੰਤੂ ਪਰੰਤੂ ਚ ਪੈ ਜਾਂਦੇ ਹਾਂ ਬਟ ਜਦੋਂ ਉਹ ਕੁਐਸਚਨ ਕਰਦੇ ਨੇ ਫਿਰ ਆਪਾਂ ਉਹਦੇ ਸਾਰੇ ਆਨਸਰ ਕਰਦੇ ਹਾਂ ਉਹ ਡੀਟੇਲਸ ਜਾਂਦੇ ਨੇ ਉਹਨਾਂ ਨੇ ਰਿਸਰਚ ਨਹੀਂ ਕੀਤੀ ਹੁੰਦੀ ਕਦੀ ਉਹ ਵੈਬਸਾਈਟ ਤੇ ਨਹੀਂ ਗਏ ਹੁੰਦੇ ਰਾਈਟ ਮਾੜਾ ਮੋਟਾ ਉਹ ਫਿਰ ਆਪਣੀ ਰਿਸਰਚ ਦੇ ਵਿੱਚ ਪੂਰਾ ਆਪਣੇ ਆਪ ਨੂੰ ਦੇਖ ਕੇ ਪੂਰਾ ਡੈਪਥ ਜਾ ਕੇ ਸਮਝ ਕੇ ਫਿਰ ਉਹ ਜਦੋਂ ਜੁੜਦੇ ਨੇ ਉਹ ਲੰਬੇ ਟਾਈਮ ਵਾਸਤੇ ਜੁੜਦੇ ਨੇ ਹੁਣ ਇਹ ਮੈਨੇ ਕੀ ਕਨਸੈਪਟ ਸਮਝ ਕਿਉਂ ਆਉਂਦਾ ਹੈ ਕਿਹਦੇ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਹੁਣ ਆਪਣਾ ਪ੍ਰੋਗਰਾਮ ਚੱਲ ਰਿਹਾ ਮੈਂ ਬੜੀ ਖੁਸ਼ੀ ਨਾਲ ਕਹਿਣਾ ਚਾਹਾਂਗੀ ਕਿ ਓਟਵਾ ਤੋਂ ਸੁਖਮਿੰਦਰ ਸਿੰਘ ਜੀ ਦਾ ਟੈਕਸਟ ਆਇਆ ਹੈਗਾ ਬੈਕਐਂਡ ਟੀਮ ਤੋਂ ਮੈਨੂੰ ਆਇਆ ਕਿ ਉਹਨਾਂ ਨੂੰ ਕਾਲ ਆਇਆ ਉਹ ਆਪਣਾ ਜਿਹੜਾ ਕਿ ਡੋਨੇਸ਼ਨ ਅਮਾਉਂਟ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਬਟ ਉਹ ਡੋਨੇਟ ਕਰ ਰਹੇ ਹੈਗੇ ਨੇ ਸੋ ਥੈਂਕ ਯੂ ਸੋ ਮਚ ਵੀਰ ਜੀ ਤੇ ਸਾਨੂੰ ਇਸ ਤਰ੍ਹਾਂ ਦਾ ਹੀ ਹੁਲਾਰਾ ਹਮੇਸ਼ਾ ਆਲਵੇਜ਼ ਮਿਲਿਆ ਹੈ 40 ਸਾਲ ਇੱਕ ਹੁੰਦਾ ਕਿ ਕੋਈ ਸੰਸਥਾ 4 ਸਾਲ ਤੋਂ ਕੰਮ ਕਰ ਰਹੀ 5 ਤੋਂ ਕਰ ਰਹੀ 40 ਸਾਲ ਤੋਂ ਜਿਹੜੀ ਸੰਸਥਾ ਇੱਕ 5 ਬੱਚਿਆਂ ਤੋਂ ਸ਼ੁਰੂ ਹੋ ਕੇ ਕੰਮ ਕਰੀ ਜਾ ਰਹੀ ਔਰ ਐਵਰੀ ਡੇ ਐਵਰੀ ਪਲ ਉਹ ਗਰੋ ਹੋ ਰਹੀ ਹੁਣ ਅਸੀਂ ਹੋਰ ਕਿੰਨਾ ਇਮਤਿਹਾਨ ਲਾਂਗੇ ਸੰਸਥਾ ਦਾ ਰਾਈਟ ਹਨਾ ਕਈ ਵਾਰੀ ਹੁੰਦਾ ਕਿ ਡਾਊਟ ਹੁੰਦਾ ਰਾਈਟ ਸੋ ਬਹੁਤ ਅੱਛਾ ਕੰਮ ਆਈ ਥਿੰਕ ਮੁਕਤਾ ਭੈਣ ਜੀ ਮੈਨੂੰ ਲੱਗਦਾ ਤੁਸੀਂ ਜਿਹੜੀ ਇਹ ਲਾਈਨ ਬੋਲੀ ਹੈ ਨਾ ਕਿ ਹੋਰ ਕਿੰਨਾ ਇਮਤਿਹਾਨ ਲਵਾਂਗੇ ਔਰ 40 ਸਾਲ ਤੋਂ ਇਹ ਜਿਹੜੀ ਬਹੁਤ ਹੀ ਖੂਬਸੂਰਤੀ ਦੇ ਨਾਲ ਆਈ ਥਿੰਕ ਤੁਸੀਂ ਪੂਰਾ ਜਵਾਬ ਜਿਹੜਾ ਹੈ ਉਹ ਦੇ ਦਿੱਤਾ ਹੈ ਸੋ ਹੋਰ ਜਿੰਨੇ ਵੀ ਡੋਨਰਸ ਜਿਹੜੇ ਨੇ ਉਹ ਮੁਕਤਾ ਭੈਣ ਜੀ ਨੂੰ ਹਰਪ੍ਰੀਤ ਵੀਰ ਜੀ ਨੂੰ ਜਿਹੜੇ ਪਹੁੰਚ ਰਹੇ ਨੇ ਪਲੀਜ਼ ਇਸੇ ਤਰ੍ਹਾਂ ਆਪਣਾ ਜਿਹੜਾ ਹੱਲਾਸ਼ੇਰੀ ਔਰ ਹੁੰਗਾਰਾ ਇਸੇ ਤਰ੍ਹਾਂ ਦਿੰਦੇ ਰਹੋ ਇਸ ਆਰਗੇਨਾਈਜੇਸ਼ਨ ਦਾ ਬਿਕੋਜ਼ ਲੋੜ ਹੈ ਟਾਈਮ ਹੈ ਕਿ ਅੱਜ ਅਸੀਂ ਸਾਰੇ ਜਿਹੜੀ ਪੂਰੀ ਕੌਮ ਹੈ ਉਹ ਇਸ ਅਦਾਰੇ ਦੇ ਨਾਲ ਖੜੀ ਹੋਵੇ ਔਰ
4-5 ਹਜ਼ਾਰ ਬੱਚਿਆਂ ਨੂੰ ਸਪਾਂਸਰ ਕਰਨਾ ਇਜ਼ ਨਾਟ ਅ ਬਿਗ ਡੀਲ ਪਲੀਜ਼। ਆਈ ਥਿੰਕ ਸਾਨੂੰ ਕਹਿਣ ਦੀ ਲੋੜ ਵੀ ਨਹੀਂ ਹੋਣੀ ਚਾਹੀਦੀ। $500,000 $1 million ਲੋਕਾਂ ਨੇ ਇਸ ਅਦਾਰੇ ਦੇ ਨਾਲ ਜੁੜ ਕੇ ਕੰਟਰੀਬਿਊਟ ਕੀਤੇ ਨੇ ਓਵਰ ਅ ਪੀਰੀਅਡ ਆਫ ਟਾਈਮ। ਤੇ ਅਸੀਂ ਤਾਂ ਸਿਰਫ ਇਸ ਵੇਲੇ ਜਿਹੜੇ ਇਹ ਵੋਲੰਟੀਅਰਸ ਨੇ ਉਹ ਕਹਿ ਰਹੇ ਨੇ ਤੁਸੀਂ ਸਿਰਫ ਇੱਕ ਬੱਚਾ which is $50 a month which is absolutely nothing ਸਾਡੇ ਸਾਰਿਆਂ ਵਾਸਤੇ ਅਸੀਂ ਕੰਟਰੀਬਿਊਟ ਕਰੀਏ, ਇੱਕ ਬੱਚੇ ਨੂੰ ਪੜ੍ਹਾਈਏ, ਉਹਦੀ ਜ਼ਿੰਦਗੀ ਸਵਾਰੀਏ। ਜੇ ਤੁਹਾਨੂੰ ਚੰਗਾ ਲੱਗੇ ਤਾਂ ਦੋ ਨਹੀਂ ਤਾਂ ਤਿੰਨ ਤੋਂ ਬਾਅਦ ਫਿਰ 5, ਜਿੰਨੇ ਵੀ ਤੁਸੀਂ ਬੱਚੇ ਸਪਾਂਸਰ ਕਰ ਸਕਦੇ ਹੋ ਕਰੋ। ਐਂਡ ਦਿਸ ਇਜ਼ ਦ ਮਿਸ਼ਨ ਐਂਡ ਦਿਸ ਇਜ਼ ਦ ਏਜੰਡਾ ਕਿ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਤੱਕ ਰੱਖਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਆਪਣੀ ਸੇਵਾ, ਆਪਣਾ ਦਸਵੰਤ ਜੋ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਕਰੋਗੇ। ਪਰ ਫਿਲਹਾਲ ਜਿਹੜੀ ਹੈ ਉਹ ਅਸੀਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਹਿਣਾ ਚਾਹਾਂਗੀ। ਥੈਂਕ ਯੂ ਸੋ ਮਚ, ਤੁਸੀਂ ਸਾਰੇ ਸਾਡੇ ਨਾਲ ਜੁੜੇ। ਸਮਾਂ ਸਾਨੂੰ ਜਿਹੜੀ ਹੈ ਉਹ ਹੋਰ ਇਜਾਜ਼ਤ ਨਹੀਂ ਦੇ ਰਿਹਾ। ਕੋਈ ਵੀ ਸਵਾਲ ਕੁਐਸਚਨ ਪਲੀਜ਼ ਜਿਹੜੇ ਫੋਨ ਨੰਬਰ ਜਿਹੜੇ ਸਕਰੀਨ ਤੇ ਆ ਰਹੇ ਨੇ ਉਹ ਤੁਸੀਂ ਉੱਥੇ ਕਾਲ ਕਰਕੇ ਸੰਪਰਕ ਕਰ ਸਕਦੇ ਹੋ। ਫਿਲਹਾਲ ਸਮਾਂ ਹੋ ਚੱਲਿਆ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣ ਦਾ। ਅਗਲੇ ਹਫਤੇ ਫੇਰ ਮੁਲਾਕਾਤ ਕਰਾਂਗੇ। ਫਿਲਹਾਲ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।